ਜਦੋਂ ਸ਼ਖਸ ਕਲੀਨ ਸ਼ੇਵ ਹੁੰਦਾ ਹੈ ਤਾਂ ਅੱਜ ਉਸ ਨੂੰ ਅਸੀਂ ਸਿੱਖੀ ਸਰੂਪ ਵਿੱਚ ਦੇਖ ਰਹੇ ਹਾਂ। ਇਹ ਟਰਨਿੰਗ ਪੁਆਇੰਟ ਕਿਵੇਂ ਆਇਆ? ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਅਸੀਂ ਸਿੱਖ ਹਾਂ, ਸਾਡੀ ਜਿਹੜੀ ਦਿੱਖ ਵੀ ਹੈ ਸਿੱਖਾਂ ਵਾਲੀ ਹੀ ਹੋਣੀ ਚਾਹੀਦੀ ਹੈ। ਇਹ ਕੋਈ ਮਹਿੰਗਾ ਸੌਦਾ ਨਹੀਂ ਹੈ। ਪਹਿਲੀ ਵਾਰੀ ਪਰੇਡ ਸ਼ੁਰੂ ਕੀਤੀ, ਕਿੱਥੋਂ ਹੌਸਲਾ ਆਇਆ, ਕਿੱਥੋਂ ਸੋਚ ਆਈ? ਟਵਿਨ ਟਾਵਰਸ ਦੇ ਉੱਪਰ ਅਟੈਕ ਹੋਇਆ, ਬਹੁਤ ਹੀ ਇਫੈਕਟ ਕੀਤਾ। ਸਾਨੂੰ ਦੱਸਣਾ ਲੋਕਾਂ ਨੂੰ ਬਹੁਤ ਜ਼ਰੂਰੀ ਹੋ ਗਿਆ ਕਿ ਅਸੀਂ ਕੌਣ। ਪਰੇਡਸ ਨੂੰ ਪ੍ਰਬੰਧ ਕਰਦੀਆਂ ਨੇ, ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਰਿਐਕਸ਼ਨ ਕੀ ਸੀ? ਉਹਨਾਂ ਨੂੰ ਲੱਗਿਆ ਮੁਸਲਿਮ ਭਾਈਚਾਰੇ ਵੱਲੋਂ ਆਏ ਹੈਗੇ ਆ, ਅਸੀਂ ਗਲਤ ਆਨਸਰ ਨਾ ਹੋਈਏ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਜੀ ਆਇਆਂ ਕਹਿਣ ਲੱਗੇ, ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ ਨਹੀਂ, ਅਸੀਂ ਦੱਸਾਂਗੇ ਨਹੀਂ, ਕੁਝ ਵੀ ਸਮਝਣਾ ਨਹੀਂ ਸਾਡਾ। ਸਾਡੀ ਦਸਤਾਰ ਹੈ, ਹੋਰਨਾਂ ਧਰਮਾਂ ਦੀ ਦਸਤਾਰ ਨਾਲੋਂ ਵੱਖ ਹੈ। ਇਹ ਮਦਦ ਕਰਨ ਵਾਲੀ ਕਮਿਊਨਿਟੀ ਹੈਗੀ ਹੈ। ਕਲਚਰਲ ਫੈਸਟੀਵਲ ਵੀ ਲੱਗਦਾ ਆ, 10 ਤੋਂ 12,000 ਲੋਕ ਆਉਂਦੇ ਨੇ। ਫਿਰ ਅਸੀਂ ਉਹਨਾਂ ਨੂੰ ਬੁੱਕਸ ਦੇਈਦੀਆਂ, ਲਿਟਰੇਚਰ ਦੇਈਦਾ। ਸਾਡੇ ਕੋਲ ਪੱਗਾਂ ਖਤਮ ਹੋ ਜਾਂਦੀਆਂ, ਕਈ ਵਾਰੀ ਇੰਨੀ ਲਾਈਨ ਲੱਗੀ ਹੁੰਦੀ ਆ। 2 ਵਾਰੀ ਅਸੀਂ ਉੱਥੋਂ ਆਪਣਾ ਪ੍ਰਾਈਜ਼ ਵੀ ਪਹਿਲੇ ਨੰਬਰ ਤੇ ਜਿੱਤ ਚੁੱਕੇ ਹਾਂ। ਮੇਲੇ 'ਚ ਐਂ ਲੱਗ ਰਿਹਾ ਹੁੰਦਾ ਵੀ ਸਿੱਖਾਂ ਦਾ ਮੇਲਾ ਲੱਗਿਆ ਹੋਵੇ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਵਿੰਦਰ ਸਿੰਘ ਵਰਮਾਨੀ। ਪ੍ਰੋਗਰਾਮ ਸਿੱਖ ਹਾਈ ਫਲਾਰ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸਭ ਦੇ ਰੂਬਰੂ। ਅੱਜ ਮੈਂ ਪਹੁੰਚਿਆ ਹੋਇਆ ਅਮਰੀਕਾ ਦੇ ਜਿਹੜਾ ਸੋਹਣਾ ਜਿਹਾ ਸੂਬਾ ਹੈਗਾ ਓਹਾਇਓ, ਉਸ ਦੇ ਵਿੱਚ ਇੱਕ ਸੋਹਣਾ ਸ਼ਹਿਰ ਹੈ ਸਪ੍ਰਿੰਗਫੀਲਡ। ਤੇ ਅੱਜ ਅਸੀਂ ਮਿਲ ਕੇ ਕਹਾਂਗੇ ਸਿੱਖ ਹਾਈ ਫਲਾਰ ਸਰਦਾਰ ਅਵਤਾਰ ਸਿੰਘ, ਜਿਨ੍ਹਾਂ ਨੂੰ ਅਵਤਾਰ ਸਿੰਘ ਸਪ੍ਰਿੰਗਫੀਲਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਅਵਤਾਰ ਸਿੰਘ ਜੀ, ਬਹੁਤ-ਬਹੁਤ ਸਵਾਗਤ। ਬਹੁਤ-ਬਹੁਤ ਔਰ ਸਾਨੂੰ ਬਹੁਤ-ਬਹੁਤ ਧੰਨਵਾਦ ਆਪਣਾ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ। ਵਰਮਾਨੀ ਸਾਹਿਬ, ਬਹੁਤ-ਬਹੁਤ ਤੁਹਾਡਾ ਧੰਨਵਾਦ। ਸਾਡੇ ਸ਼ਹਿਰ ਸਪ੍ਰਿੰਗਫੀਲਡ ਦੇ ਵਿੱਚ ਅਸੀਂ ਫੁੱਲੇ ਨਾ ਸਮਾਏ, ਤੁਸੀਂ ਘਰ ਸਾਡੇ ਆਏ, ਸਾਡੇ ਸ਼ਹਿਰ ਤਫਤੀਸ਼ ਲਿਆਇਆਂ ਨੂੰ, ਸਾਡੇ ਸਪ੍ਰਿੰਗਫੀਲਡ ਵਿੱਚ ਤੁਹਾਨੂੰ ਜੀ ਆਇਆਂ ਨੂੰ, ਤੁਹਾਨੂੰ ਜੀ ਆਇਆਂ ਨੂੰ ਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਸਿੱਖ ਹਾਈ ਫਲਾਇਰਸ ਦੇ ਥਰੂ ਜੋ ਵੀ ਮੀਡੀਆ ਨਾਲ ਗੱਲਬਾਤ ਕਰ ਰਹੇ ਹੋ, ਉਸ ਦੇ ਬਾਰੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਇੰਨੀ ਸਾਡੀ ਇੰਟਰੋਡਕਸ਼ਨ ਦੇਣ ਦੇ ਲਈ, ਇੰਨਾ ਸਾਡਾ ਸਵਾਗਤ ਕਰਨ ਦੇ ਲਈ। ਸੋ ਅੱਜ ਸਾਡੇ ਨਾਲ ਅਵਤਾਰ ਸਿੰਘ ਜੀ ਕਿਉਂ ਨੇ, ਤੁਹਾਨੂੰ ਅਸੀਂ ਦੱਸਣਾ ਚਾਹਾਂਗੇ। ਅਵਤਾਰ ਸਿੰਘ ਜੀ, ਸਪ੍ਰਿੰਗਫੀਲਡ ਬਹੁਤ ਜ਼ਿਆਦਾ ਫੇਮਸ ਹੋ ਚੁੱਕਿਆ ਹੈ ਕਿਉਂਕਿ ਜਦੋਂ ਵੀ 4 ਜੁਲਾਈ ਨੂੰ ਇੱਕ ਖਾਸ ਜਦੋਂ ਪਰੇਡ ਕੱਢੀ ਜਾਂਦੀ ਹੈ, ਉਸ ਦੇ ਲਈ ਇੰਡੀਪੈਂਡੈਂਸ ਡੇ ਜਦੋਂ ਮਨਾਇਆ ਜਾਂਦਾ ਅਮਰੀਕਾ ਦਾ, ਅਤੇ ਹੋਰ ਵੀ ਕਈ ਜਦੋਂ ਪਰੇਡਸ ਕੱਢੀਆਂ ਜਾਂਦੀਆਂ ਨੇ, ਹੋਰਨਾਂ ਕਮਿਊਨਿਟੀਜ਼ ਦੀਆਂ ਜਦੋਂ ਪਰੇਡਸ ਕੱਢੀਆਂ ਜਾਂਦੀਆਂ ਨੇ, ਇੱਥੇ ਅਸੀਂ ਮੈਂ ਗੱਲ ਨਗਰ ਕੀਰਤਨ ਦੀ ਜਾਂ ਸਿੱਖ ਡੇ ਪਰੇਡ ਦੀ ਨਹੀਂ ਕਰ ਰਿਹਾ। ਇੱਥੇ ਮੈਂ ਗੱਲ ਕਰ ਰਿਹਾ ਜਦੋਂ ਵਾਈਟ ਕਮਿਊਨਿਟੀ, ਬਲੈਕ ਕਮਿਊਨਿਟੀ ਆਪਣੀਆਂ ਪਰੇਡਸ ਕੱਢਦੀ ਹੈ ਤਾਂ ਉਸ ਵਿੱਚ ਇੱਕ ਪਰੇਡ ਜਦੋਂ ਸਿੱਖਾਂ ਦੀ ਸ਼ਾਮਿਲ ਹੁੰਦੀ ਹੈ ਸਪ੍ਰਿੰਗਫੀਲਡ ਵਿੱਚ, ਓਹਾਇਓ ਵਿੱਚ, ਜਿਸ ਦੀ ਸ਼ੁਰੂਆਤ ਕੀਤੀ, ਅੱਜ ਮੈਨੂੰ ਮਾਣ ਮਹਿਸੂਸ ਹੋ ਰਿਹਾ। ਅੱਜ ਮੈਂ ਉਸ ਸ਼ਖਸ ਦੇ ਨਾਲ ਰੂਬਰੂ ਹੋ ਰਿਹਾ, ਅਵਤਾਰ ਸਿੰਘ ਜੀ, ਜਿਹਨੂੰ ਅਸੀਂ ਮਿਲ ਕੇ ਕਹਾਂਗੇ ਸਿੱਖ ਹਾਈ ਫਲਾਰ। ਸੋ ਅਵਤਾਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵੀ ਮੀਡੀਆ ਵੱਲੋਂ ਧੰਨਵਾਦ ਕਰਨਾ ਚਾਹਾਂਗਾ। ਤੁਸੀਂ ਸਾਨੂੰ ਸਮਾਂ ਦਿੱਤਾ ਇਸ ਲਈ ਨਹੀਂ, ਬਲਕਿ ਤੁਸੀਂ ਸਿੱਖਾਂ ਦਾ ਮੁਕਾਮ ਦਿਨ ਬ ਦਿਨ ਅੱਗੇ ਪਹੁੰਚਾ ਰਹੇ ਹੋ, ਹੋਰਨਾਂ ਕਮਿਊਨਿਟੀਜ਼ ਨੂੰ ਦੱਸ ਰਹੇ ਹੋ ਕਿ ਅਸੀਂ ਕਿਸ ਤਰ੍ਹਾਂ ਹੋਰਨਾਂ ਧਰਮਾਂ ਨਾਲੋਂ ਵੱਖ ਹਾਂ। ਤੁਸੀਂ ਹਿੰਮਤ ਜੁਟਾਈ ਹੈ ਕਿ ਤੁਸੀਂ ਉਹਨਾਂ ਦੀਆਂ ਪਰੇਡਸ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰ ਸਕੋ, ਸਾਡੇ ਫਲੋਟਸ ਸ਼ਾਮਿਲ ਕਰ ਸਕੋ, ਸਿੱਖ ਭਾਈਚਾਰੇ ਨੂੰ ਸ਼ਾਮਿਲ ਕਰ ਸਕੋ ਅਤੇ ਉਹਨਾਂ ਨੂੰ ਦੱਸ ਸਕੋ ਕਿ ਸਾਡੀ ਦਸਤਾਰ ਦਾ ਅਹਿਮ ਮਕਸਦ ਕੀ ਹੈ। ਜੀ, ਸਭ ਤੋਂ ਪਹਿਲਾ ਸਵਾਲ ਮੈਂ ਤੁਹਾਨੂੰ ਜ਼ਰੂਰ ਕਰਨਾ ਚਾਹਾਂਗਾ ਔਰ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਤੁਸੀਂ ਜ਼ਰੂਰ ਅੱਜ ਅਵਤਾਰ ਸਿੰਘ ਜੀ ਨੂੰ ਇੱਕ ਸਿੱਖੀ ਬਾਣੀ ਵਿੱਚ ਦੇਖ ਰਹੇ ਹੋ, ਸਿੱਖੀ ਸਰੂਪ ਵਿੱਚ ਦੇਖ ਰਹੇ ਹੋ, ਪਰ ਕੁਝ ਸਾਲ ਪਹਿਲਾਂ ਤੱਕ ਅਜਿਹੀ ਤਸਵੀਰ ਨਹੀਂ ਸੀ। ਇਹਨਾਂ ਨੇ ਸਾਨੂੰ ਖੁਦ ਦੱਸਿਆ ਕਿ ਇਹ ਕਲੀਨ ਸ਼ੇਵ ਸੀਗੇ, ਪਰ ਇਹਨਾਂ ਨੂੰ ਇੱਕ ਜੋਤ ਜਾਗੀ ਇਹਨਾਂ ਦੇ ਅੰਦਰ ਸੀ, ਜ਼ਰੂਰ ਕਹਾਂਗੇ, ਕਿਉਂਕਿ ਇੱਕ ਟਰਨਿੰਗ ਪੁਆਇੰਟ ਹਮੇਸ਼ਾ ਆਉਂਦਾ, ਸੈਚੂਰੇਸ਼ਨ ਪੁਆਇੰਟ ਹਮੇਸ਼ਾ ਐਸਾ ਆਉਂਦਾ ਹੈ ਕਿ ਜਦੋਂ ਬੰਦੇ ਨੂੰ ਸੋਚਣਾ ਪੈਂਦਾ ਹੈ ਕਿ ਆਖਿਰ ਕੁਝ ਜ਼ਿੰਦਗੀ ਵਿੱਚ ਬਦਲਾਅ ਕੀਤਾ ਜਾਏ, ਤਾਂ ਇਹਨਾਂ ਨੇ ਦਸਤਾਰ ਸਜਾਈ ਮੁੜ ਤੋਂ, ਕੇਸਗੀ ਸਜਾਈ ਮੁੜ ਤੋਂ, ਆਪਣੀ ਦਾੜੀ ਸਜਾਈ ਔਰ ਬੜੇ ਸੋਹਣੇ ਅੱਜ ਸਿੱਖੀ ਸਰੂਪ ਵਿੱਚ ਸਾਡੇ ਨਾਲ ਸਿੱਖ ਹਾਈ ਫਲਾਰ ਵਿੱਚ ਸ਼ਾਮਿਲ ਹੋ ਰਹੇ ਨੇ। ਸੋ ਅਵਤਾਰ ਸਿੰਘ ਜੀ, ਜ਼ਿੰਦਗੀ ਦਾ ਸਫ਼ਰ ਆਪਾਂ ਸ਼ੁਰੂ ਕਰੀਏ ਤੁਹਾਡਾ। ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਇਹ ਟਰਨਿੰਗ ਪੁਆਇੰਟ ਕਿਵੇਂ ਆਇਆ, ਕਿਉਂਕਿ ਇੱਕ ਜਦੋਂ ਸ਼ਖਸ ਕਲੀਨ ਸ਼ੇਵ ਹੁੰਦਾ ਹੈ ਤਾਂ ਅੱਜ ਉਸ ਨੂੰ ਅਸੀਂ ਸਿੱਖੀ ਸਰੂਪ ਵਿੱਚ ਦੇਖ ਰਹੇ ਹਾਂ। ਇਹ ਟਰਨਿੰਗ ਪੁਆਇੰਟ ਕਿਵੇਂ ਆਇਆ? ਹਾਂਜੀ ਵੀਰ ਜੀ, ਮਾਨੀ ਸਾਹਿਬ ਜੀ, ਇਹ ਮੈਂ 1999 ਤੋਂ ਜਦੋਂ ਖਾਲਸੇ ਦਾ 300 ਸਾਲਾ ਜਨਮ ਦਿਹਾੜਾ ਸੀਗਾ, ਅਤੇ ਉਸ ਦਿਨ ਮੈਂ ਸੋਚਿਆ ਸੀ ਕਿ ਅੱਜ ਤੋਂ ਬਾਅਦ ਮੈਂ ਜੋ ਹੈ ਸਿੱਖੀ ਸਰੂਪ ਧਾਰਨ ਕਰਨਾ ਹੈ ਅਤੇ ਕੇਸਾਧਾਰੀ ਸਿੰਘ ਬਣਨਾ ਹੈ, ਕੇਸ ਨਹੀਂ ਕਟਵਾਉਣੇ। ਅਤੇ ਉਸ ਦਿਨ ਮੈਂ ਇਹ ਸਹੁੰ ਜਾਂ ਕਸਮ ਖਾਧੀ ਸੀ ਕਿ ਅੱਜ ਤੋਂ ਬਾਅਦ ਮੈਂ ਸਿੱਖ ਸਜਣਾ ਹੈ। ਤੇ ਫਿਰ ਮੈਂ ਉਸ ਤੋਂ ਬਾਅਦ ਕਦੀ ਆਪਣੇ
ਵਾਲ ਕਟਵਾਉਣ ਬਾਰੇ ਸੋਚਿਆ ਵੀ ਨਹੀਂ ਤੇ ਬਹੁਤ ਹੀ ਗੁਰੂ ਸਾਹਿਬਾਨਾਂ ਦੀ ਮਿਹਰ ਰਹੀ ਆ ਮੇਰੇ ਉੱਪਰ ਕਿ ਮੈਂ ਉਸ ਦਿਨ ਤੋਂ ਪਗੜੀ ਬੰਨ੍ਹ ਰਿਹਾ ਹਾਂ ਤੇ ਪਗੜੀ ਧਾਰੀ ਅੱਜ ਤੱਕ ਮੈਂ। ਨਹੀਂ ਬਿਲਕੁਲ ਸੋਹਣੀ ਤੁਸੀਂ ਦਸਤਾਰ ਸਜਾਈ ਹੋਈ ਹੈ, ਪਰ ਜ਼ਰੂਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਆਖਰ ਮਨ ਵਿੱਚ ਕਿਵੇਂ ਆਇਆ, ਕਿਉਂਕਿ 300 ਸਾਲਾਂ ਤਾਂ ਠੀਕ ਹੈ, ਲੇਕਿਨ ਮਨ ਵਿੱਚ ਐਸਾ ਕੀ ਆਇਆ ਜੋ ਤੁਹਾਨੂੰ ਲੱਗਿਆ ਕਿ ਨਹੀਂ ਯਾਰ ਹੁਣ ਮੈਨੂੰ ਨਾ ਦਸਤਾਰ ਸਜਾ ਲੈਣੀ ਚਾਹੀਦੀ ਹੈ, ਕਿ ਮੈਂ ਜਾਂ ਤਾਂ ਮੇਰੇ ਦਿੱਖ ਵਿੱਚ ਕੁਝ ਫਰਕ ਲੱਗੇ ਜਾਂ ਲੋਕਾਂ ਨੂੰ ਕੁਝ ਦੱਸਣ ਦੇ ਲਈ, ਕੀ ਆਖਿਰ ਮਨ ਵਿੱਚ ਕੀ ਚੱਲ ਰਿਹਾ ਸੀ ਉਦੋਂ? ਹਾਂਜੀ, ਮਨ ਵਿੱਚ ਇਹ ਹੀ ਚੱਲ ਰਿਹਾ ਸੀ ਕਿ ਜਦੋਂ ਮੈਂ ਸਿੱਖੀ ਸਰੂਪ ਦੇ ਵਿੱਚ ਨਹੀਂ ਸੀਗਾ ਤੇ ਅਸੀਂ ਬੜੀਆਂ ਪਾਰਟੀ ਵਗੈਰਾ ਕਰਦੇ ਹੁੰਦੇ ਸੀ, ਹੋਰ ਇੱਧਰ ਉੱਧਰ ਤੇ ਕਈ ਇੱਦਾਂ ਹੈ ਨਾ ਤੇ ਬੰਦਿਆਂ ਦੇ ਨਾਲ ਇਕੱਠੇ ਹੋ ਕੇ, ਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਇਹ ਹੁਣ ਜ਼ਿਆਦਾ ਹੁਣ ਥੋੜ੍ਹਾ ਜਿਹਾ ਮੈਂ ਵਿਆਹ ਵੀ ਕਰਵਾ ਲਿਆ ਤੇ ਗਾਂ ਜੀ ਆਪਣੇ ਪਰਿਵਾਰ ਵਾਲੇ ਵੀ ਬਣਨਾ ਹੈ ਤੇ ਇਹ ਇੱਕ ਚੰਗੀ ਗੱਲ ਹੋਏਗੀ, ਕਿਉਂਕਿ ਅਸੀਂ ਸਿੱਖ ਹਾਂ ਤਾਂ ਕਿ ਸਾਡੀ ਜਿਹੜੀ ਦਿੱਖ ਵੀ ਹੈ ਉਹ ਸਿੱਖਾਂ ਵਾਲੀ ਹੀ ਹੋਣੀ ਚਾਹੀਦੀ ਹੈ। ਤੇ ਉਦੋਂ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਜ਼ਰੂਰ, ਫਿਰ ਮੈਂ ਉਸ ਤੋਂ ਬਾਅਦ ਪਗੜੀ ਬੰਨਣੀ ਸ਼ੁਰੂ ਕੀਤੀ ਤੇ ਕਮਿਊਨਿਟੀ ਦੇ ਬਹੁਤ ਮੈਨੂੰ ਸਲਾਹਿਆ ਤੇ ਬੜਾ ਇੱਜ਼ਤ ਮਾਣ ਦਿੱਤਾ ਤੇ ਫਿਰ ਮੈਂ ਅੱਜ ਤੱਕ ਉਸ ਨੂੰ ਨਿਭਾ ਰਿਹਾ ਹਾਂ ਤੇ ਕੋਸ਼ਿਸ਼ ਕਰ ਰਿਹਾ ਹਾਂ ਕਿ ਸਿੱਖੀ ਦੇ ਬਾਰੇ ਦੇ ਵਿੱਚ ਇੱਧਰ ਉੱਧਰ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਇਹ ਕੋਈ ਮਹਿੰਗਾ ਸੌਦਾ ਨਹੀਂ ਹੈ। ਸਾਨੂੰ ਐਵੇਂ ਡਰ ਨਹੀਂ ਜਾਣਾ ਚਾਹੀਦਾ ਕਿ ਜਦੋਂ ਅਸੀਂ ਪਗੜੀ ਬੰਨ੍ਹਦੇ ਹਾਂ ਤੇ ਜਾਂ ਕੋਈ ਸਾਡੇ ਬਿਜ਼ਨਸ ਦੇ ਵਿੱਚ ਇਫੈਕਟ ਪਊਗਾ ਜਾਂ ਕੋਈ ਸਾਨੂੰ ਲੋਕ ਬੁਰਾ ਭਲਾ ਕਹਿਣਗੇ ਪੱਗ ਵਾਲੇ ਨੂੰ, ਪਰ ਇਸ ਤਰ੍ਹਾਂ ਨਹੀਂ ਹੈ। ਜਿਉਂ ਹੀ ਮੈਂ ਇਸ ਪਾਸੇ ਪਗੜੀ ਬੰਨ੍ਹਣੀ ਸ਼ੁਰੂ ਕੀਤੀ ਸਗਾ ਤੇ ਲੋਕਾਂ ਨੇ ਮੈਨੂੰ, ਅਮਰੀਕਨ ਲੋਕਸ ਦੇ ਵਿੱਚ ਅਸੀਂ ਹਮੇਸ਼ਾ ਵਿਚਰਦੇ ਹਾਂ ਤੇ ਉਹਨਾਂ ਨੇ ਹਮੇਸ਼ਾ ਹੀ ਇਸ ਦੇ ਬਾਰੇ ਪੁੱਛਿਆ ਤੇ ਜਦੋਂ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਅਸੀਂ ਕੌਣ ਹੁੰਦੇ ਹਾਂ ਤੇ ਉਹ ਫਿਰ ਹੋਰ ਵੀ ਮਾਣ ਮਹਿਸੂਸ ਕਰਦੇ ਨੇ, ਕਿਉਂਕਿ ਅਸੀਂ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੇ ਅਸੀਂ 3 ਪਿਲਰਸ ਦੇ ਉੱਤੇ ਖੜੇ ਹਾਂ। ਬਿਲਕੁਲ। ਲੇਕਿਨ ਕਿਤੇ ਨਾ ਕਿਤੇ ਜਦੋਂ ਤੁਸੀਂ ਪਹਿਲੀ ਵਾਰੀ ਪਰੇਡ ਸ਼ੁਰੂ ਕੀਤੀ, ਕਿੱਥੋਂ ਹੌਸਲਾ ਆਇਆ, ਕਿੱਥੋਂ ਸੋਚ ਆਈ ਕਿ ਅਸੀਂ ਨਗਰ ਕੀਰਤਨ ਤਾਂ ਕੱਢਦੇ ਹੀ ਹਾਂ ਲੇਕਿਨ ਅਸੀਂ ਇਹ ਗੋਰਿਆਂ ਦੀਆਂ ਜਿਹੜੀਆਂ ਪਰੇਡਸ ਵਿੱਚ ਵੀ ਸ਼ਾਮਲ ਹੋਈਏ ਤਾਂ ਜੋ ਸਾਨੂੰ ਉਹ ਪਛਾਣਨ, ਕਿਸ ਤਰ੍ਹਾਂ ਉਹ ਸਬਬ ਬਣਿਆ, ਕੀ ਕਹਾਣੀ ਉਹਦੇ ਪਿੱਛੇ? ਹਾਂਜੀ, ਉਹ ਫਿਰ ਜਦੋਂ ਮੈਂ 1999 ਦੇ ਵਿੱਚ ਵਿਰਮਾਨੀ ਸਾਹਿਬ ਜਦੋਂ ਮੈਂ ਪਗੜੀ ਧਾਰਨ ਕੀਤੀ ਤੇ ਉਸ ਤੋਂ ਬਾਅਦ 2 ਸਾਲਾਂ ਦੇ ਬਾਅਦ ਹੀ ਸਪਟੈਂਬਰ 11 ਹੋ ਗਿਆ, ਜੋ ਕਿ ਟਵਿਨ ਟਾਵਰਸ ਜੋ ਆਪਣੇ ਨਿਊਯਾਰਕ ਵਿੱਚ ਨੇ ਉਹਨਾਂ ਦੇ ਉੱਪਰ ਅਟੈਕ ਹੋਇਆ। ਜੋ ਵੀ ਸੀਗੇ ਜੋ ਅੱਤਵਾਦੀ ਜਾਂ ਹੋਰ ਲੋਕ ਹੈਗੇ ਸੀ, ਪਰ ਸਾਰੇ ਹੀ ਇੱਦਾਂ ਧਰਮਾਂ ਦੇ ਵਿੱਚ ਇਸੇ ਤਰ੍ਹਾਂ ਦੇ ਲੋਕ ਹੁੰਦੇ ਹਨ ਤੇ ਉਸਨੇ ਬਹੁਤ ਹੀ ਇਫੈਕਟ ਕੀਤਾ ਸਾਡੀ ਲਾਈਫ ਦੇ ਉੱਤੇ, ਸਿੱਖਾਂ ਉੱਪਰ। ਤੇ ਫਿਰ ਉਹਦੇ ਬਾਰੇ 'ਚ ਸਾਨੂੰ ਦੱਸਣਾ ਲੋਕਾਂ ਨੂੰ ਬਹੁਤ ਜ਼ਰੂਰੀ ਹੋ ਗਿਆ ਕਿ ਅਸੀਂ ਕੌਣ ਹਾਂ। ਤੇ ਫਿਰ ਸਾਡੇ ਸ਼ਹਿਰ ਦੇ ਵਿੱਚ ਮੈਮੋਰੀਅਲ ਡੇ ਪਰੇਡ ਜਿਹੜੀ ਹੈਗੀ ਆ ਉਹ ਨਿਕਲਦੀ ਸੀ, ਅਮਰੀਕਨ ਲੋਕ ਕੱਢਦੇ ਸੀ, ਉਹਦੇ ਵਿੱਚ ਬਹੁਤ ਸਾਰਾ ਇਕੱਠ ਹੁੰਦਾ, 30 ਤੋਂ 35,000 ਕਦੀ 40,000 ਲੋਕ ਵੀ ਉਹਦੇ ਵਿੱਚ ਆਉਂਦੇ ਨੇ ਤੇ ਦੇਖਣ ਵਾਸਤੇ ਉਸ ਪਰੇਡ ਨੂੰ। ਤੇ ਉਹਦੇ ਵਿੱਚ ਜੋ ਵਹੀਕਲਸ ਹੁੰਦੇ ਨੇ ਉਹ ਤਕਰੀਬਨ 200 ਤੋਂ 300 ਤੱਕ ਹੁੰਦੇ ਨੇ ਲੋਕ ਸ਼ਾਮਲ ਆਪਣੇ ਧਰਮਾਂ ਦੇ ਤੇ ਵੱਖ-ਵੱਖ ਜੋ ਝਾਕੀਆਂ ਆਪਣੀਆਂ ਨਿਕਾਲਦੇ ਨੇ। ਪਹਿਲਾਂ ਮੈਂ ਵੀ ਉਸ ਦੇ ਵਿੱਚ ਪੈਦਲ ਜਾਣਾ ਸ਼ੁਰੂ ਕੀਤਾ, ਫਿਰ ਮੈਂ ਆਪਣੇ ਫਲਾਇਰਸ ਵਗੈਰਾ ਲਿਜਾ ਕੇ। ਪਰ ਜਦੋਂ ਤੁਸੀਂ ਉਹਨਾਂ ਨਾਲ ਸ਼ੁਰੂ ਕੀਤਾ, ਉਹਨਾਂ ਦੀ ਜਿਹੜੀਆਂ ਕਮੇਟੀਜ਼ ਹੁੰਦੀਆਂ ਨੇ ਕਿ ਜੋ ਕਿ ਪੂਰਾ ਪਰੇਡਸ ਨੂੰ ਪ੍ਰਬੰਧ ਕਰਦੀਆਂ ਨੇ, ਉਹਨਾਂ ਨਾਲ ਗੱਲਬਾਤ ਕੀਤੀ ਕਿ ਨਹੀਂ ਅਸੀਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਹਾਂ ਔਰ ਸ਼ਾਮਿਲ ਕਰਨਾ ਚਾਹੁੰਦੇ ਹਾਂ, ਸਿੱਖ ਕਮਿਊਨਿਟੀ ਦੀ ਪਰੇਡ ਇੱਕ ਫਲੋਟ ਨੂੰ ਵੀ ਸ਼ਾਮਿਲ ਕਰਨਾ ਚਾਹੁੰਦੇ ਹਾਂ, ਤਾਂ ਉਹਨਾਂ ਦਾ ਰਿਐਕਸ਼ਨ ਕੀ ਸੀ? ਹਾਂਜੀ, ਜਦੋਂ ਮੈਂ ਉਹਨਾਂ ਨਾਲ ਪਹਿਲੀ ਵਾਰੀ ਗੱਲ ਕੀਤੀ ਤੇ ਉਹਨਾਂ ਨੂੰ ਲੱਗਿਆ ਕਿ ਅਸੀਂ ਸ਼ਾਇਦ ਮੁਸਲਿਮ ਭਾਈਚਾਰੇ ਵੱਲੋਂ ਆਏ ਹੈਗੇ ਹਾਂ ਕਿ ਅਸੀਂ ਕਿਤੇ ਗਲਤ ਆਨਸਰ ਨਾ ਹੋਈਏ। ਪਰ ਜਦੋਂ ਉਹਨਾਂ ਨੂੰ ਦੱਸਿਆ ਗਿਆ, ਜਦੋਂ ਉਹਨਾਂ ਨੂੰ ਇੱਕ ਜਿਹੜੇ sikhnet.com ਵਾਲੇ ਨੇ ਉਹ ਬਹੁਤ ਸਾਡੀ ਹੈਲਪ ਕਰਦੇ ਨੇ। ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਅਸੀਂ ਵੈਬਸਾਈਟ ਦੱਸੀ ਤੇ ਭਈ ਆਹ ਤੁਸੀਂ ਜਾ ਕੇ ਦੇਖੋ, ਉਹਨਾਂ ਨੂੰ ਅਸੀਂ ਲਿਟਰੇਚਰ ਦਿੱਤਾ ਤੇ ਉਹਨਾਂ ਨੂੰ ਸਮਝ ਪੈ ਗਈ ਵੀ ਇਹ ਉਹ ਲੋਕ ਨਹੀਂ ਹੈਗੇ। ਪਰ ਉਹ ਵੀ ਸਾਰਾ ਹੀ ਭਾਈਚਾਰੇ ਇੱਦਾਂ ਨਹੀਂ ਹੁੰਦੇ ਕਿ ਸਾਰੇ ਕਿਸੇ ਨੂੰ ਹਰਟ ਕਰਨ ਵਾਲੇ ਹੁੰਦੇ ਨੇ, ਉਹਨਾਂ ਵਿੱਚ ਵੀ ਸਾਡੀ ਬਹੁਤ ਉਹਨਾਂ ਨਾਲ ਵੀ ਦੋਸਤੀ ਆ, ਉਸ ਭਾਈਚਾਰੇ ਦੇ ਨਾਲ ਹੋਰ ਵੀ। ਤੇ ਪਰ ਸਾਨੂੰ ਉਹ ਟਾਰਗੇਟ ਕੀਤਾ ਗਿਆ ਉਹਨਾਂ ਦੇ
ਬਾਰੇ ਦੇ ਵਿੱਚ ਜੀ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਸਾਡਾ ਬਹੁਤ ਇੱਜ਼ਤ ਮਾਣ ਕੀਤਾ ਜੀ ਤੇ ਸਾਨੂੰ ਫਿਰ ਉਹ ਵੈਲਕਮ ਕਰਨ ਲੱਗੇ, ਜੀ ਆਇਆਂ ਕਹਿਣ ਲੱਗੇ ਉਹਦੇ ਵਿੱਚ ਪਰੇਡ ਦੇ ਵਿੱਚ। ਤੇ ਫਿਰ ਆਉਂਦੇ ਫਿਰ ਨੈਕਸਟ ਟਾਈਮ ਉਹ ਸਾਨੂੰ ਖੁਦ ਹੀ ਕਾਲ ਕਰ ਲੈਂਦੇ ਸੀ ਵੀ ਆਓ ਸਾਡੇ ਨਾਲ ਤੁਸੀਂ ਸਾਂਝ ਪਾਓ ਸਾਡੇ ਭਾਈਚਾਰੇ ਦੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਚੱਲ ਗਿਆ ਕਿ ਨਹੀਂ ਇਹ ਇੱਕ ਧਰਮ ਜਿਹੜਾ ਵੱਖਰਾ ਧਰਮ ਹੈ, ਸਿੱਖ ਧਰਮ ਹੈ। ਜੀ ਜੀ। ਫਿਰ ਮੇਅਰ ਸਾਹਿਬ ਨੇ ਥੋੜ੍ਹਾ ਜਿਹਾ ਆਪਣਾ ਲਿਆ ਪਈ ਇਹ ਵਾਕਈ ਉਹਨਾਂ ਨੇ ਸਾਡੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ, ਕਮਿਸ਼ਨਰ ਨੇ, ਪੁਲਿਸ ਚੀਫ ਨੇ, ਸ਼ੈਰਿਫ ਵਾਲਿਆਂ ਨੇ, ਤੇ ਉਹ ਫਿਰ ਸਾਡੇ ਘਰ ਆਏ। ਫਿਰ ਜਦੋਂ ਉਹਨਾਂ ਨੇ ਸਾਡੇ ਬਾਰੇ ਜਾਣ ਪਹਿਚਾਣ ਸਾਡੇ ਨਾਲ ਕੀਤੀ ਪਈ ਇਹ ਤਾਂ ਵਾਕਿਆ ਅਸੀਂ ਤਾਂ ਭੁੱਲੇ ਹੀ ਰਹੇ ਤੇ ਇਹ ਤੇ ਬੰਦੇ ਹੀ, ਕਿਉਂਕਿ ਸਾਨੂੰ ਦੱਸਣਾ ਪਏਗਾ ਜੀ ਇਹ ਬਿਲਕੁਲ ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ ਨਹੀਂ, ਅਸੀਂ ਦੱਸਾਂਗੇ ਨਹੀਂ, ਅਸੀਂ ਚੰਗਿਆਈ ਨੂੰ ਦਿਲ ਦੇ ਵਿੱਚ ਲੈ ਕੇ ਬੈਠੇ ਰਵਾਂਗੇ, ਉਹਦੇ ਨਾਲ ਕੋਈ ਸਾਡਾ ਸਵਾਸ ਕੁਛ ਵੀ ਸੰਵਰਨਾ ਨਹੀਂ ਸਾਡਾ ਉਹਦੇ ਨਾਲ। ਤੇ ਸਾਨੂੰ ਇਹ ਕਿਉਂਕਿ ਅਸੀਂ ਗੁਰੂ ਮਹਾਰਾਜ ਨੇ ਸਿੱਖਾਂ ਦੇ ਇੰਨੀ ਕਿਰਪਾ ਕੀਤੀ ਹੋਈ ਹੈ ਕਿ ਸਾਨੂੰ ਇਹ ਆਪਣੇ ਆਪ ਤੋਂ ਦੱਸਣਾ ਪਏਗਾ ਕਿ ਅਸੀਂ ਵਾਕਿਆ ਹੀ ਕੁਛ ਕਰਨ ਵਾਲੇ ਲੋਕ ਹਾਂ ਤੇ ਅਸੀਂ ਚੰਗੇ ਹਾਂ ਤੇ ਅਸੀਂ ਇਸ ਭਾਈਚਾਰੇ ਦਾ ਹਿੱਸਾ ਹੈਗੇ ਹਾਂ। ਅਵਤਾਰ ਸਿੰਘ ਸਪ੍ਰਿੰਗਫੀਲਡ ਨੇ ਇਹ ਕਦਮ ਤਾਂ ਚੁੱਕ ਲਿਆ ਕਿ ਨਵੀਂ ਇੱਕ ਅਸੀਂ ਫਲੋਟ ਲੈ ਕੇ ਆਈਏ ਔਰ ਜਿਹੜੀ ਵਾਈਟ ਕਮਿਊਨਿਟੀ ਹੈ ਉਹਨਾਂ ਦੀ ਪਰੇਡ ਵਿੱਚ ਸ਼ਾਮਿਲ ਹੋਈਏ ਜੀ। ਸਿਰਫ ਇੱਕ ਖਿਆਲ ਲਿਆਉਣਾ ਬਹੁਤ ਸੌਖਾ ਹੈ, ਲੇਕਿਨ ਕੀ ਆਪਣੀ ਸਾਡੀ ਸਿੱਖ ਕਮਿਊਨਿਟੀ ਨੇ ਤੁਹਾਡਾ ਸਾਥ ਦਿੱਤਾ? ਹਾਂਜੀ, ਤੁਸੀਂ ਬਹੁਤ ਚੰਗਾ ਬਿਰਮਾਨੀ ਸਾਹਿਬ ਕੁਐਸਚਨ ਕੀਤਾ ਹੈ। ਤੇ ਮੈਂ ਤੇ ਜੀ ਉਹ ਆਪਣਾ ਇੱਕ ਚੌਂਕੀਦਾਰ ਹੁੰਦਾ ਤੇ ਮੈਂ ਉਹੀ ਹਾਂ ਤੇ ਮੈਂ ਤੇ ਹਮੇਸ਼ਾ ਢੰਡੋਰਾ ਪਿੱਟਦਾ ਰਹਿਣਾ ਭਈ ਆਓ, ਪਰ ਬਹੁਤਿਆਂ ਨੂੰ ਐਂ ਲੱਗਦਾ ਸ਼ਾਇਦ ਕਿ ਅਵਤਾਰ ਸਿੰਘ ਦਾ ਕੋਈ ਇਹਦੇ ਵਿੱਚ ਆਪਣਾ ਹੀ ਕੋਈ ਨਾ ਗੱਲਬਾਤ ਨਾ ਹੋਵੇ ਜਾਂ ਇਹ ਆਪਣੇ ਬਾਰੇ ਨਾ ਸੋਚਦਾ ਹੋਵੇ, ਪਰ ਇਸ ਤਰ੍ਹਾਂ ਨਹੀਂ ਹੈ। ਤੇ ਕੁਛ ਕੁ ਲੋਕ ਸਾਡੇ ਨਾਲ ਫਿਰ ਸ਼ਾਮਲ ਹੋਣੇ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਫਿਰ ਬਸ ਇਹ ਸਿਲਸਿਲਾ ਚੱਲ ਰਿਹਾ। ਤੇ ਕੁਛ ਇਸ ਵਾਰੀ ਆ ਜਾਂਦੇ ਨੇ, ਉਹ ਨਹੀਂ ਆਉਂਦੇ ਅਗਲੀ ਵਾਰੀ ਹੋਰ ਨਵੇਂ ਲੋਕ ਆ ਜਾਂਦੇ ਨੇ ਇਸ ਤਰ੍ਹਾਂ। ਪਰ ਦੂਰੋਂ ਲੋਕ ਨਿਊਯਾਰਕ ਤੋਂ ਵੀ ਆਪਣੇ ਸ਼ਿਕਾਗੋ ਤੱਕ, ਇੱਧਰ ਡਿਟਰੋਇਟ, ਪੈਨਸਿਲਵੇਨੀਆ, ਕਾਫੀ ਦੂਰੋਂ ਵੀ ਕੋਈ ਨਾ ਕੋਈ ਲੋਕ ਆ ਜਾਂਦੇ ਨੇ। ਇਸ ਵਾਰੀ ਇੰਡੀਅਨੈਪਲਿਸ ਤੋਂ ਵੀ ਕਾਫੀ ਸੰਗਤ ਸਾਡੇ ਵਿੱਚ ਸ਼ਾਮਲ ਹੋਈ ਤੇ ਸਾਨੂੰ ਬਹੁਤ ਚੰਗਾ ਲੱਗਿਆ ਵੀ ਅਸੀਂ ਲੋਕਾਂ ਨੂੰ ਦੱਸੀਏ ਵੀ ਅਸੀਂ ਵੱਧ ਤੋਂ ਵੱਧ ਉੱਥੇ ਹੁੰਦੇ ਹਾਂ ਲੋਕ, ਤੇ ਲੋਕ ਸਾਡੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਨੇ ਤੇ ਹੁਣ ਉਹ ਬਹੁਤ ਖੁਸ਼ ਹੁੰਦੇ ਨੇ। ਪਹਿਲਾਂ ਤਾਂ ਸਪਟੈਂਬਰ 11 ਬਾਰੇ ਉਹਨਾਂ ਨੇ ਸਾਡੇ ਬਾਰੇ ਪੁੱਠੇ ਸਲੋਗਨ ਲਗਾਏ ਡਿਫਰੈਂਟ ਵੀ ਆਪਣੀ ਕੰਟਰੀ ਵਾਪਸ ਜਾਓ ਜਾਂ ਇੱਦਾਂ ਕਰੋ, ਪਰ ਹੌਲੀ ਸਾਡਾ ਉਹਨਾਂ ਦੇ ਵਿੱਚ ਇਮੇਜ ਬਣਦਾ ਗਿਆ। ਨਹੀਂ, ਨੈਚੁਰਲੀ ਗੱਲ ਹੈ, ਜਦੋਂ ਅਸੀਂ ਬਾਰ-ਬਾਰ ਇੱਕ ਸਟੈਪ ਕਰਦੇ ਹਾਂ, ਬਾਰ-ਬਾਰ ਉਹਨਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੌਣ ਹੈਗੇ ਹਾਂ, ਉਹਨਾਂ ਦਾ ਬਾਰ-ਬਾਰ ਜਿਹੜਾ ਹੈਗਾ ਦਰਵਾਜ਼ਾ ਖਟਖਟਾਉਂਦੇ ਹਾਂ ਔਰ ਉਹਨਾਂ ਦੇ ਦਿਮਾਗ ਵਿੱਚ ਇਹ ਪਾਉਂਦੇ ਹਾਂ ਕਿ ਸਾਡਾ ਜਿਹੜਾ ਧਰਮ ਹੈਗਾ ਹੋਰਨਾਂ ਧਰਮਾਂ ਨਾਲੋਂ ਵੱਖ ਹੈ, ਜਿਹੜੀ ਸਾਡੀ ਦਸਤਾਰ ਹੈ ਹੋਰਨਾਂ ਧਰਮਾਂ ਦੀ ਦਸਤਾਰ ਨਾਲੋਂ ਵੱਖ ਹੈ, ਤਾਂ ਕਿਤੇ ਨਾ ਕਿਤੇ ਉਹਨਾਂ ਵਿੱਚ ਵੀ ਇਹ ਇੱਕ ਚੰਗਾ ਸੁਨੇਹਾ ਪੈਦਾ ਹੁੰਦਾ, ਉਹਨਾਂ ਦੇ ਬੱਚਿਆਂ ਵਿੱਚ ਇੱਕ ਚੰਗਾ ਸੁਨੇਹਾ ਪੈਦਾ ਹੁੰਦਾ ਕਿ ਨਹੀਂ, ਇਹ ਜਿਹੜੀ ਕਮਿਊਨਿਟੀ ਹੈ ਇਹ ਮਦਦ ਕਰਨ ਵਾਲੀ ਕਮਿਊਨਿਟੀ ਹੈਗੀ ਹੈ। ਬਿਲਕੁਲ ਜੀ, ਹਾਂਜੀ। ਤੇ ਉਸ ਤੋਂ ਬਾਅਦ ਜੀ ਸਾਡੇ ਸ਼ਹਿਰ ਦੇ ਵਿੱਚ ਕਲਚਰਲ ਫੈਸਟੀਵਲ ਵੀ ਲੱਗਦਾ ਆ ਜੀ, ਤੇ ਉੱਥੇ ਵੀ 10 ਤੋਂ 12,000 ਲੋਕ ਉਸ ਮੇਲੇ ਦੇ ਵਿੱਚ ਆਉਂਦੇ ਨੇ। ਵੱਖ-ਵੱਖ ਧਰਮਾਂ ਦੇ ਲੋਕ ਆਪੋ ਆਪਣੇ ਬੂਥ ਉੱਥੇ ਲਗਾਉਂਦੇ ਨੇ ਜੀ। ਤੇ ਫਿਰ ਅਸੀਂ ਉਹਦੇ ਵਿੱਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦਾ ਵੀ ਸਾਨੂੰ ਬੜਾ ਇੱਦਾਂ ਚੰਗਾ ਹੁੰਗਾਰਾ ਮਿਲਿਆ ਕਮਿਊਨਿਟੀ ਦੇ ਕੋਲੋਂ ਜੀ। ਤੇ ਫਿਰ ਤੇ ਬਹੁਤ ਹੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਸਾਡੇ ਬੜੇ ਦੋਸਤ ਨੇ ਕਿ ਉੱਥੇ ਸਾਨੂੰ 2 ਵਾਰੀ ਅਸੀਂ ਉੱਥੋਂ ਆਪਣਾ ਪ੍ਰਾਈਜ਼ ਵੀ ਪਹਿਲੇ ਨੰਬਰ ਤੇ ਜਿੱਤ ਚੁੱਕੇ ਹਾਂ। ਅੱਛਾ, ਹਾਂਜੀ। ਬੈਸਟ ਫਲੋਟ ਦੇ ਲਈ? ਹਾਂ, ਨਹੀਂ ਜੀ, ਬੈਸਟ ਉੱਥੇ ਅਸੀਂ ਜਿਹੜਾ ਇਹ ਫਲੋਟ ਵਾਲਾ ਵੱਖਰਾ ਵਿਸ਼ਾ ਜੀ, ਇਹ ਕਲਚਰ ਇਹ ਹੋਰ ਲੱਗਦਾ ਮੇਲਾ ਸਾਡੇ ਸ਼ਹਿਰ ਦੇ ਵਿੱਚ। ਹਾਂਜੀ, ਤੇ ਉਹਦੇ ਵਿੱਚ ਫਿਰ ਸਾਨੂੰ ਉੱਥੇ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ ਆ ਕਿਉਂਕਿ ਸਾਰੇ ਲੋਕ ਇੱਕੋ ਹੀ ਜਗ੍ਹਾ ਇਕੱਠੇ ਹੁੰਦੇ ਆ। ਹਾਂਜੀ, ਉੱਥੇ ਲੋਕਾਂ ਨੂੰ ਜ਼ਿਆਦਾ ਮਿਲਵਰਤਨ ਕਰਨ ਦਾ ਪਤਾ ਲੱਗਦਾ। ਫਿਰ ਅਸੀਂ ਪੱਗਾਂ ਲਿਜਾਣੀਆਂ ਸ਼ੁਰੂ ਕਰ ਦਿੱਤੀਆਂ, ਲੋਕਾਂ ਦੇ ਪੱਗਾਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਬਨ ਜੀ ਮੇਅਰ ਵੀ ਹਰ ਸਾਲ ਆ ਕੇ ਪੱਗ ਬਣਾਉਂਦਾ ਸਾਡੇ ਕੋਲੋਂ, ਤੇ ਪੁਲਿਸ ਵਾਲਾ ਜਾਂ ਪੁਲਿਸ ਚੀਫ ਵੀ ਉਹ ਵੀ ਆ ਕੇ ਪਗੜੀ ਬਣਾ ਕੇ, ਲੇਡੀਜ਼ ਵੀ ਇੰਨੀ ਰੌਣਕ, ਸਾਡੇ ਕੋਲ ਪੱਗਾਂ ਖਤਮ ਹੋ ਜਾਂਦੀਆਂ ਕਈ ਵਾਰੀ, ਇੰਨੀ ਲਾਈਨ ਲੱਗੀ ਹੁੰਦੀ ਆ ਤੇ ਮੇਲੇ 'ਚ ਐਂ ਲੱਗ ਰਿਹਾ ਹੁੰਦਾ ਵੀ ਜਿਵੇਂ ਇੱਥੇ ਇਹ ਸਿੱਖਾਂ ਦਾ ਮੇਲਾ ਲੱਗਿਆ ਹੋਵੇ, ਹਨਾ। ਵੱਖ ਰੰਗਾਂ ਦੀਆਂ ਜਿਹੜੀਆਂ ਦਸਤਾਰਾਂ ਸਜੀਆਂ ਹੁੰਦੀਆਂ ਸਿਰਾਂ ਤੇ। ਹਾਂਜੀ, ਤੇ ਬਹੁਤ ਧਰਮਾਂ ਦੇ ਲੋਕ ਫਿਰ ਸਾਡੇ ਨਾਲ ਆਉਂਦੇ ਨੇ। ਸਾਡੇ ਬੂਥ ਤੇ ਹੀ ਇੰਨੀ ਗਹਿਮਾ ਗਹਿਮੀ ਹੁੰਦੀ, ਸਾਰੇ ਲੋਕ ਆ ਕੇ ਉੱਥੇ ਫੋਟੋ ਖਿਚਵਾਉਣੀ, ਆਪਣਾ ਬੜਾ ਮਾਣ ਮਹਿਸੂਸ ਕਰਦੇ ਨੇ ਵੀ ਉੱਥੇ ਜਾ ਕੇ ਬਹੁਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਹੈ ਕੌਣ, ਪਰ ਲੱਗਦਾ ਵੀ ਇਹ ਬੜਾ ਭੰਗੜਾ ਬਹੁਤ ਸੋਹਣਾ ਪਾਉਂਦੇ ਨੇ, ਗਿੱਧਾ ਬੜਾ ਸੋਹਣਾ ਪਾਉਂਦੇ। ਅਸੀਂ ਵੀ ਐਗਜ਼ੀਬਿਸ਼ਨ ਵੀ ਉੱਥੇ ਲਗਾਇਆ ਹੁੰਦਾ ਹੈ, ਉਹ ਫਿਰ ਲੋਕਾਂ ਨੂੰ ਦੱਸਣ ਵਾਸਤੇ ਕੌਣ ਆ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਮਤਲਬ ਸਾਡੇ ਵਰਗੇ ਬਣੋ, ਪਰ ਅਸੀਂ ਕਹਿੰਦੇ ਵੀ ਸਾਡਾ ਵੀ ਕੋਈ ਇਹ ਧਰਮ ਦਾ ਕੋਈ ਗੱਲਬਾਤ ਹੈਗੀ ਆ, ਅਸੀਂ ਵੀ ਤੁਹਾਡੇ ਵਰਗੇ ਹੀ ਹਾਂ। ਅਸੀਂ ਜੋ ਨੇਚਰ ਨੇ ਸਾਨੂੰ ਜਿੱਦਾਂ ਪੈਦਾ ਕੀਤਾ, ਅਸੀਂ ਉਸ ਦੇ ਵਿੱਚ ਹੀ
ਵਿਸ਼ਵਾਸ ਰੱਖਦੇ ਹਾਂ। ਅਸੀਂ ਅਨਕਟ ਹੇਅਰ ਬੰਦੇ ਹਾਂ ਜੀ, ਤੇ ਜਿਵੇਂ ਸਾਨੂੰ ਕੁਦਰਤ ਭੇਜਦੀ ਅਸੀਂ ਉਵੇਂ ਹੀ ਰਹਿੰਦੇ ਹਾਂ। ਬਿਲਕੁਲ। ਤੇ ਅਸੀਂ ਉਸ ਦੇ ਅਸੂਲਾਂ ਦੇ ਫਿਰ ਜਦੋਂ ਅਸੀਂ ਦੱਸੀਦਾ ਤੇ ਉਹ ਬੜੇ ਖੁਸ਼ ਹੁੰਦੇ ਆ। ਫਿਰ ਅਸੀਂ ਉਹਨਾਂ ਨੂੰ ਬੁੱਕਸ ਦੇਈਦੀਆਂ, ਲਿਟਰੇਚਰ ਦੇਈਦਾ, ਜਾਣਕਾਰੀ। ਸਾਡੇ ਨਾਲ ਕਾਫੀ ਪਤਵੰਤ ਤੇ ਸੱਜਣ ਪੜ੍ਹੇ ਲਿਖੇ ਹੁੰਦੇ ਨੇ ਜਿਹੜੇ ਕਿ ਸਿੱਖ ਧਰਮ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦੇ ਸਕਦੇ ਨੇ ਉੱਥੇ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਮੈਂ ਇਹਨਾਂ ਦੇ ਪੂਰੇ ਪਰਿਵਾਰ ਨੂੰ ਵੀ ਮਿਲਿਆ। ਇਹਨਾਂ ਦੇ 3 ਬੱਚੇ ਨੇ, 1 ਬੇਟੀ ਹੈ, 2 ਬੇਟੇ ਨੇ, ਔਰ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਵੀ ਕਰਦੇ ਨੇ। ਗੁਰਬਾਣੀ ਬਹੁਤ ਸੋਹਣੀ ਉਹਨਾਂ ਨੂੰ ਆਉਂਦੀ ਹੈਗੀ ਹੈ, ਬੋਲਣੀ ਆਉਂਦੀ ਹੈਗੀ ਹੈ, ਪੜ੍ਹਨੀ ਆਉਂਦੀ ਹੈਗੀ ਹੈ, ਗਾਉਣੀ ਆਉਂਦੀ ਹੈਗੀ ਹੈ। ਪਰ ਕਿਤੇ ਨਾ ਕਿਤੇ ਜਿਵੇਂ ਅਵਤਾਰ ਸਿੰਘ ਜੀ ਤੁਸੀਂ ਦੱਸ ਰਹੇ ਹੋ ਜੀ, ਤੁਸੀਂ ਇੱਕ ਬਹੁਤ ਹੀ ਵਧੀਆ ਮੋਟਿਵ ਲੈ ਕੇ ਵਾਈਟ ਕਮਿਊਨਿਟੀ ਵਿੱਚ ਗਏ, ਆਪਣਾ ਇੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਕਿਤੇ ਨਾ ਕਿਤੇ ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਆਪਣੇ ਹੀ ਲੋਕਾਂ ਦੀਆਂ ਟੰਗਾਂ ਖਿੱਚਦੀ ਹੈਗੀ ਹੈ, ਥੱਲੇ ਗਿਰਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਫਿਰ ਵੀ ਤੁਸੀਂ ਡਟੇ ਰਹੇ, ਇੰਨੇ ਸਾਲ ਹੋ ਗਏ ਲਗਾਤਾਰ ਤੁਸੀਂ ਹਰ ਸਾਲ ਡਟੇ ਰਹੇ। ਪਰ ਆਖਿਰ ਕਿਉਂ ਸਾਡੀ ਕਮਿਊਨਿਟੀ ਦੇ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਆਪਣੇ ਹੀ ਬਸ਼ਿੰਦਿਆਂ ਨੂੰ ਅੱਗੇ ਵਧਣ ਨਹੀਂ ਦਿੰਦੇ? ਅਜਿਹਾ ਕਿਉਂ ਹੈ? ਹਾਂਜੀ, ਇਹ ਜੀ ਇੱਕ ਮਹੱਤਵਪੂਰਨ ਵਿਸ਼ਾ ਹੈਗਾ ਆ ਤੇ ਜਿਹਦੇ ਬਾਰੇ ਮੈਂ ਅਕਸਰ ਗੱਲ ਕਰਦਾ ਹੁੰਦਾ। ਕਮਿਊਨਿਟੀ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੈਨੂੰ ਮੌਕਾ ਮਿਲਦਾ ਰਹਿੰਦਾ ਸੰਗਤ ਦੇ ਨਾਲ ਮਿਲਣ ਦਾ। ਪਰ ਮੈਂ ਇਹੀ ਢੰਡੋਰਾ ਪਿੱਟਦਾ ਰਹਿੰਦਾ ਵੀ ਆਪਾਂ ਨੂੰ ਆਓ ਤੇ ਆਪਾਂ ਜਿਹੜੀ 10ਵੇਂ ਪਾਤਸ਼ਾਹ ਦੀ ਸਿੱਖੀ ਆ ਉਹਨੂੰ ਪ੍ਰਫੁੱਲਤ ਕਰੀਏ। ਇਹ ਕੋਈ ਮਹਿੰਗਾ ਸੌਦਾ ਨਹੀਂ ਹੈ। ਅਸੀਂ ਆਪਣੇ ਆਪ ਹੀ ਐਵੇਂ ਹੀ ਡਰ ਜਾਂਦੇ ਹਾਂ ਵੀ ਅਸੀਂ ਵਾਲ ਕਟਵਾ ਦਈਏ ਜਾਂ ਅਸੀਂ ਬੱਚਿਆਂ ਨੂੰ, ਅਸੀਂ ਇਸ ਵੱਲ ਧਿਆਨ ਨਹੀਂ ਦਿੰਦੇ ਬਿਲਕੁਲ। ਜੇ ਅਸੀਂ ਥੋੜ੍ਹਾ ਜਿਹਾ ਵੀ ਇਸ ਦੇ ਵੱਲ ਧਿਆਨ ਦੇਣਾ ਸ਼ੁਰੂ ਕਰੀਏ ਤੇ ਮੇਲ ਮਿਲਾਪ ਇੱਕ ਦੂਸਰੇ ਨਾਲ ਕਰੀਏ ਤੇ ਭਾਈਚਾਰੇ ਨੂੰ ਅਸੀਂ ਕਾਫੀ ਅੱਗੇ ਵਧਾ ਸਕਦੇ ਹਾਂ। ਇੱਕ ਦੂਸਰੇ ਦੇ ਅਸੀਂ ਈਰਖਾਬਾਜ਼ੀ ਦੇ ਵਿੱਚ ਜ਼ਿਆਦਾ ਪੈਂਦੇ ਹੈਗੇ ਹਾਂ, ਨਾ ਕਿ ਅਸੀਂ ਉਹਨਾਂ ਦੇ ਘਰ ਵਿੱਚ ਜਾ ਕੇ ਦਸਤਕ ਕਰਦੇ ਹਾਂ। ਗੋਰਿਆਂ ਦੇ ਕੋਲੋਂ ਸਾਨੂੰ ਇਸ ਅਮਰੀਕਨ ਲੋਕਾਂ ਤੋਂ ਇਹ ਗੱਲ ਸਿੱਖਣੀ ਚਾਹੀਦੀ ਆ ਕਿ ਉਹ ਜਦੋਂ ਵੀ ਕੋਈ ਕਿਸੇ ਨਾਲ ਵਰਖਲਾਫੀ ਕਰਦੇ ਨੇ ਤੇ ਉਹ ਜਾ ਕੇ ਉਹਨਾਂ ਦੇ ਘਰ ਦਸਤਕ ਵੀ ਕਰਦੇ ਨੇ ਵੀ ਮਾफ़ ਕਰ ਦੇਣਾ, ਤੇ ਉਹ ਗੋਰੇ ਮਾफ़ ਵੀ ਕਰ ਦਿੰਦੇ ਨੇ, ਜਿਹੜੀ ਕਿ ਸਾਡੇ ਵਿੱਚ ਇਹ ਭਾਵਨਾ ਬਹੁਤ ਘੱਟ ਆ। ਤੇ ਅਸੀਂ ਜਦੋਂ ਇੱਕ ਦੂਜੇ ਦੀ ਉਲੰਘਣਾ ਕਰਨ ਲੱਗਦੇ ਹਾਂ ਤੇ ਫਿਰ ਅਸੀਂ ਉਸ ਦੇ ਬਸ ਵਰਖਲਾਫ ਹੀ ਤੁਰੇ ਜਾਂਦੇ ਹਾਂ। ਤੇ ਸਾਨੂੰ, ਮੈਂ ਤੇ ਇਹੀ ਕਮਿਊਨਿਟੀ ਨੂੰ ਸੁਨੇਹਾ ਦੇਵਾਂਗਾ ਕਿ ਆਓ, ਅਗਰ ਕਿਤੇ ਨਾ ਕਿਤੇ ਕਿਸੇ ਤੋਂ ਗਲਤੀ ਹੋ ਜਾਂਦੀ ਆ ਤੇ ਕੁਛ ਨਾ ਕੁਛ ਹੁੰਦਾ ਤੇ ਉਹਨੂੰ ਆਪਾਂ ਥੋੜ੍ਹਾ ਜਿਹਾ ਹਲਕਾ ਫੁਲਕਾ ਲੈ ਕੇ ਫਿਰ ਮੇਲ ਮਿਲਾਪ ਸ਼ੁਰੂ ਕਰ ਦਿਆ ਕਰੀਏ ਤੇ ਉਹਦੇ ਨਾਲ ਸਾਡੀਆਂ ਭਾਵਨਾਵਾਂ ਠੀਕ ਰਹਿੰਦੀਆਂ ਨੇ। ਬਿਲਕੁਲ ਤੁਸੀਂ ਠੀਕ ਹੈ, ਕਿਉਂਕਿ ਕਿਤੇ ਨਾ ਕਿਤੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, 2001 ਵਿੱਚ ਜੋ ਘਟਨਾ ਵਾਪਰੀ ਹੈ, 9/11 ਦੀ ਜੋ ਘਟਨਾ ਵਾਪਰੀ, ਉਸ ਤੋਂ ਬਾਅਦ ਸਿੱਖ ਸਮਾਜ ਨੂੰ ਵੀ ਇੱਕ ਬੁਰੀ ਨਜ਼ਰ ਨਾਲ ਵੇਖਿਆ ਗਿਆ, ਜਦਕਿ ਸਿੱਖ ਸਮਾਜ ਦਾ ਉਸ ਅਟੈਕ 'ਤੇ ਕੋਈ ਦੂਰ ਤੋਂ ਵੀ ਵਾਸਤਾ ਨਹੀਂ ਸੀਗਾ। ਪਰ ਕਿਤੇ ਨਾ ਕਿਤੇ ਅੱਜ ਅਸੀਂ 2022 ਵਿੱਚ ਬੈਠੇ ਹਾਂ, ਉਸ ਘਟਨਾ ਨੂੰ ਵੀ ਤਕਰੀਬਨ 21 ਸਾਲ ਬੀਤ ਚੁੱਕੇ ਨੇ ਜੀ। ਲੇਕਿਨ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ 21 ਸਾਲਾਂ ਬਾਅਦ ਵੀ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈਗੀ ਹੈ, ਸਾਡੇ ਜਿਹੜੇ ਬੱਚੇ ਹੈਗੇ ਨੇ, ਸਿੱਖ ਕਮਿਊਨਿਟੀ ਦੇ ਬੱਚੇ ਹੈਗੇ ਨੇ, ਜਿਹੜਾ ਮੇਨ ਸਟਰੀਮ ਪੋਲੀਟਿਕਸ ਹੈਗੀ ਉਹਦੇ ਵਿੱਚ ਨਹੀਂ ਆ ਪਾ ਰਹੇ। ਇਹਦਾ ਤੁਸੀਂ ਕਾਰਨ ਕੀ ਮੰਨਦੇ ਹੋ? ਕਿ ਇਹ ਇੱਕ ਕਾਰਨ ਹੈ ਕਿ ਸਾਡੀ ਕਮਿਊਨਿਟੀ ਇੱਕ ਦੂਜੇ ਦਾ ਸਾਥ ਨਹੀਂ ਦਿੰਦੀ, ਕਿ ਅਸੀਂ ਇਸ ਕਰਕੇ ਪਿੱਛੇ ਰਹਿ ਪਾ ਰਹੇ ਹਾਂ, ਜਾਂ ਫਿਰ ਸਾਡੇ ਬੱਚੇ ਵੀ ਇਸ ਤਰ੍ਹਾਂ ਦੀ ਪੋਲੀਟਿਕਸ ਨੂੰ ਦੇਖਦੇ ਨੇ ਕਿ ਨਹੀਂ, ਸਾਡੀ ਆਪਣੇ ਧਰਮਾਂ ਵਿੱਚ ਤਾਂ ਜਿਹੜੀ ਪੋਲੀਟਿਕਸ ਹੈ ਉਹ ਖਤਮ ਨਹੀਂ ਹੋ ਰਹੀ, ਤਾਂ ਅਸੀਂ ਅੱਗੇ ਕਿਵੇਂ ਜਾਵਾਂਗੇ, ਸਾਨੂੰ ਵੀ ਬਦਨਾਮ ਕੀਤਾ ਜਾਏਗਾ ਨਾ ਕਿਤੇ ਨਾ ਕਿਤੇ? ਹਾਂਜੀ ਗੁਰਮਾਨੀ ਸਾਹਿਬ, ਇਹਦੇ ਵਿੱਚ ਵੀ ਇਹ ਵੀ ਗੱਲਾਂ ਬੱਚਿਆਂ ਨੂੰ ਪ੍ਰਭਾਵਿਤ ਕਰਦੀਆਂ ਨੇ ਜਿਹੜੀ ਤੁਸੀਂ ਗੱਲ ਕੀਤੀ ਆ, ਕਿਉਂਕਿ ਸਾਡੇ ਬੱਚੇ ਨੇ ਉਹ ਸਿਰਫ ਗੁਰਦੁਆਰੇ ਨੂੰ ਉਸ ਐਂਗਲ ਤੋਂ ਹੀ ਦੇਖਦੇ ਨੇ ਵੀ ਇਹ ਕਿਉਂਕਿ ਉੱਥੇ ਕਾਫੀ ਕੁਛ ਉਹਨਾਂ ਨੂੰ ਕਈ ਵਾਰੀ ਗਲਤ ਆਨਸਰ ਵੀ ਹੁੰਦੇ ਨੇ ਤੇ ਸਾਡੇ ਉਹ ਜੋ ਕਿ ਝਗੜੇ ਦਾ ਕਾਰਨ ਵੀ ਬਣਦੇ ਨੇ ਤੇ ਉਹ ਬੱਚੇ ਫਿਰ ਉਸ ਦੇ ਵਿੱਚੋਂ ਨਿਕਲ ਨਹੀਂ ਪਾਉਂਦੇ। ਤੇ ਅਗਰ ਅਸੀਂ ਥੋੜ੍ਹਾ ਜਿਹਾ, ਮੈਂ ਆਪ ਇਸ ਵਿਸ਼ੇ 'ਤੇ ਬਹੁਤ ਵਿਚਾਰ ਕੀਤਾ ਕਿ ਅਮਰੀਕਨ ਲੋਕ ਦੇ ਵਿੱਚ ਇਹ ਜੋ ਸਾਡੀ ਕਿਤਾਬ ਆ ਇਹ ਖੁੱਲ੍ਹੀ ਆ, ਉਹ ਸਾਨੂੰ ਗਲੇ ਨਾਲ ਲਗਾਉਣਾ ਚਾਹੁੰਦੇ ਨੇ ਵੀ ਆਓ ਤੁਸੀਂ ਪੋਲੀਟਿਕਸ ਦੇ ਵਿੱਚ ਆਓ ਤੇ ਤੁਸੀਂ ਦੱਸੋ ਕਰਨਾ ਕੀ ਚਾਹੁੰਦੇ ਹੋ। ਪਰ ਅਸੀਂ ਆਪ ਨਹੀਂ ਅੱਗੇ ਹੋ ਪਾ ਰਹੇ, ਅਸੀਂ ਆਪ ਹੀ ਢਿੱਲੇ ਇੰਨੇ ਆ ਕਿ ਮੈਂ ਬਹੁਤ ਸਾਰੇ ਪਤਵੰਤੇ ਸੱਜਣਾਂ ਦੇ ਵਿੱਚ ਅਕਸਰ ਵਿਚਰਦਾ ਰਹਿੰਦਾ ਕਿ ਤੁਸੀਂ ਆਓ। ਮੈਂ ਉਹਨਾਂ ਨੂੰ ਕਹਿਣਾ ਹੁੰਦਾ, ਦੇਖੋ ਮੈਂ ਤਾਂ ਕੋਈ ਜ਼ਿਆਦਾ ਸਿਆਣਾ ਨਹੀਂ ਹਾਂ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਥੋੜ੍ਹਾ ਜਿਹਾ ਲੋਕਾਂ ਨੂੰ ਦੱਸੋ ਕੌਣ ਆ ਜਾਂ ਕਿੱਦਾਂ ਆ, ਅਤੇ ਮੈਂ ਤੁਹਾਡੀ ਮਦਦ ਵੀ ਕਰਾਂਗਾ ਅਤੇ ਆਓ ਆਪਾਂ ਪੋਲੀਟਿਕਸ ਦੇ ਵਿੱਚ ਆਈਏ, ਕਮ ਸੇ ਕਮ ਆਪਾਂ ਮੇਅਰ ਸਾਹਿਬਾਨ ਦੀ ਇਲੈਕਸ਼ਨ ਹੀ ਲੜ ਲਈਏ ਜਾਂ ਕਮਿਸ਼ਨਰ ਬਣ ਜਾਈਏ ਜਾਂ ਹੋਰ ਮੈਂਬਰ ਕਾਂਗਰਸਮੈਨ ਬਣਨਾ। ਅਤੇ ਅਗਰ ਮਿਸਟਰ ਓਬਾਮਾ ਇਸ ਕੰਟਰੀ ਦਾ ਪ੍ਰੈਜ਼ੀਡੈਂਟ ਬਣ ਸਕਦਾ, ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਬਣ ਸਕਦੀ ਆ, ਅਤੇ ਸਾਡੇ ਵਿੱਚ ਬਹੁਤ ਸਾਰੀਆਂ ਖੂਬੀਆਂ ਨੇ ਸਿੱਖਾਂ ਦੇ ਵਿੱਚ ਜਿਹੜੀਆਂ ਕਿ ਅਸੀਂ ਆਪਣੇ ਤੋਂ ਬਾਹਰ ਨਹੀਂ ਕੱਢ ਰਹੇ,
ਤੇ ਸਾਨੂੰ ਇਸ ਪਾਸੇ ਬਹੁਤ ਜ਼ਿਆਦਾ ਮੇਰਾ ਇਹ ਸੁਨੇਹਾ ਹੋਊਗਾ ਸਾਡੇ ਸਿੱਖ ਭਰਾਵਾਂ ਨੂੰ, ਆਓ ਆਪਾਂ ਇਸ ਪਾਸੇ ਥੋੜ੍ਹਾ ਜਿਹਾ ਹੰਭਲਾ ਮਾਰੀਏ ਪੋਲੀਟੀਕਲੀ, ਤਾਂ ਕਿ ਆਪਾਂ ਉੱਥੇ ਜਾਵਾਂਗੇ ਤੇ ਆਪਣੀ ਗੱਲ ਕਰਾਂਗੇ, ਉਹਨਾਂ ਦੇ ਵਿੱਚ ਬੈਠਾਂਗੇ ਪਗੜੀਧਾਰੀ ਹੋ ਕੇ। ਥੋੜ੍ਹਾ ਥੋੜ੍ਹਾ ਇਹ ਸਿਲਸਿਲਾ ਚੱਲ ਰਿਹਾ ਪਰ ਜ਼ਿਆਦਾ ਨਹੀਂ, ਤੇ ਆਓ ਆਪਾਂ ਸਾਰੇ ਜਣੇ ਹੰਭਲਾ ਮਾਰੀਏ ਤਾਂ ਕਿ ਸਿੱਖੀ ਨੂੰ ਆਪਾਂ ਹੋਰ ਵੀ ਪ੍ਰਫੁੱਲਤ ਕਰ ਸਕੀਏ। ਬਿਲਕੁਲ ਚੀਜ਼ ਠੀਕ ਹੈ, ਲੇਕਿਨ ਕਿਤੇ ਨਾ ਕਿਤੇ ਜਿਹੜੀ ਸਿਆਸਤ ਹੈ, ਜਦੋਂ ਅਸੀਂ ਸਿਆਸਤ ਦਾ ਅੱਜ ਨਾਮ ਲੈਂਦੇ ਹਾਂ ਤਾਂ ਇਸ ਨੂੰ ਨੈਗੇਟਿਵ ਵਾਲੇ ਪਾਸੇ ਜ਼ਿਆਦਾ ਦੇਖਿਆ ਜਾਂਦਾ, ਪੋਜ਼ੀਟਿਵ ਵਾਲੇ ਪਾਸੇ ਘੱਟ ਵੇਖਿਆ ਜਾਂਦਾ ਹੈ। ਬੱਚਿਆਂ ਨੂੰ ਜਦੋਂ ਸਿਆਸਤ ਕਿੱਥੋਂ ਮਿਲਦੀ ਹੈ? ਆਪਣੇ ਧਰਮ ਤੋਂ ਹੀ ਮਿਲਦੀ ਹੈ ਸਿਆਸਤ। ਲੇਕਿਨ ਜਦੋਂ ਉਹ ਗੁਰਦੁਆਰਾ ਸਾਹਿਬਾਨ ਵਿੱਚ ਜਾਂਦੇ ਨੇ, ਗੁਰਦੁਆਰਾ ਸਾਹਿਬਾਨ ਵਿੱਚ ਵੀ ਲੜਾਈਆਂ ਝਗੜੇ ਹੋ ਰਹੇ ਹੁੰਦੇ ਨੇ, ਕਿਤੇ ਨਾ ਕਿਤੇ ਉੱਥੇ ਵੀ ਸਿਆਸਤ ਦਾ ਬਹੁਤ ਜ਼ਿਆਦਾ ਬੋਲਬਾਲਾ ਹੁੰਦਾ। ਇੱਕ ਕਮੇਟੀ ਚਾਹੁੰਦੀ ਹੈ ਕਿ ਮੈਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਾਂ, ਦੂਜਾ ਧੜਾ ਕਹਿੰਦਾ ਨਹੀਂ ਮੈਂ ਸੇਵਾ ਸੰਭਾਲਾਂ। ਤਾਂ ਨੌਜਵਾਨਾਂ ਨੂੰ ਅਸੀਂ ਜਦੋਂ ਕਹਿੰਦੇ ਹਾਂ ਕਿ ਗੁਰਦੁਆਰੇ ਦੀ ਆ ਕੇ ਤੁਸੀਂ ਸੇਵਾ ਸੰਭਾਲੋ, ਤਾਂ ਨੌਜਵਾਨ ਗੁਰਦੁਆਰਿਆਂ ਵਿੱਚ ਵੀ ਨਦਾਰਤ ਨੇ। ਉਹ ਕਹਿੰਦੇ ਨੇ ਅਸੀਂ ਐਜ਼ ਏ ਵਲੰਟੀਅਰ ਤਾਂ ਕਰ ਲਾਂਗੇ, ਅਸੀਂ ਲੰਗਰ ਦੀ ਸੇਵਾ ਕਰ ਲਾਂਗੇ, ਅਸੀਂ ਕੀਰਤਨ ਗੁਰਬਾਣੀ ਕਰ ਲਾਂਗੇ, ਲੇਕਿਨ ਜਦੋਂ ਅਸੀਂ ਕਹਿੰਦੇ ਕਿ ਤੁਸੀਂ ਮੈਨੇਜਮੈਂਟ ਵਿੱਚ ਆਓ, ਮੈਨੇਜਮੈਂਟ ਨੂੰ ਸੰਭਾਲੋ, ਪ੍ਰਧਾਨ ਦੀ ਕੁਰਸੀ ਸੰਭਾਲੋ, ਸਕੱਤਰ ਦੀ ਕੁਰਸੀ ਸੰਭਾਲੋ, ਟ੍ਰੈਜਰ ਬਣੋ, ਖਜ਼ਾਨਚੀ ਬਣੋ, ਤਾਂ ਉਹ ਕਹਿੰਦੇ ਨਹੀਂ ਅਸੀਂ ਇੱਥੇ ਦੂਰ ਠੀਕ ਹਾਂ, ਅਸੀਂ ਵਲੰਟੀਅਰ ਠੀਕ ਹਾਂ, ਅਸੀਂ ਗੁਰਦੁਆਰੇ ਦੀ ਮੈਨੇਜਮੈਂਟ ਦਾ ਪਾਰਟ ਨਹੀਂ ਬਣਾਂਗੇ। ਇਹਦਾ ਤੁਸੀਂ ਮੁੱਖ ਕਾਰਨ ਕੀ ਮੰਨਦੇ ਹੋ? ਹਾਂਜੀ ਵਰਮਾਨੀ ਸਾਹਿਬ, ਮੈਂ ਵੈਸੇ ਦੂਸਰੇ ਬੱਚਿਆਂ ਦੀ ਮੈਂ ਗੱਲ ਨਹੀਂ ਕਰਦਾ, ਮੇਰੇ ਆਪਣੇ ਬੱਚੇ ਵੀ ਕਈ ਵਾਰੀ ਇਹ ਨੁਕਸ ਕੱਢਦੇ ਨੇ ਜੀ, ਤੇ ਮੈਂ ਉਹਨਾਂ ਨੂੰ ਬੜੀ ਵਾਰੀ ਕੋਸ਼ਿਸ਼ ਕੀਤੀ ਵੀ ਤੁਸੀਂ ਕਿਉਂ ਨਹੀਂ ਇਸ ਨੂੰ ਸੰਭਾਲਦੇ, ਤੇ ਅਸੀਂ ਤੁਹਾਡੇ ਵਾਸਤੇ ਰਸਤਾ ਖੋਲ੍ਹਦੇ ਹਾਂ ਜੀ, ਤੇ ਤੁਸੀਂ ਇਸ ਪਾਸੇ ਧਿਆਨ ਦਿਓ ਤੇ ਤੁਸੀਂ ਕਮਿਊਨਿਟੀ ਨੂੰ ਲੀਡ ਕਰੋ। ਹਾਂਜੀ, ਤੇ ਮੇਰੇ ਜਿਹੜੇ ਆਪਣੇ ਘਰ ਦੇ ਵਿੱਚੋਂ ਮੇਰੇ ਆਪਣੇ, ਕਿਉਂਕਿ ਮੈਂ ਜੋ ਵੀ ਗੱਲਬਾਤ ਜਾਂ ਕੰਮ ਕਰਦਾ ਹੁੰਦਾ ਮੈਂ ਪ੍ਰੈਕਟੀਕਲੀ ਆਪਣੇ ਤੇ ਲਗਾ ਕੇ ਤੇ ਘਰ ਤੋਂ ਫੇਰ ਹੀ ਸ਼ੁਰੂ ਕਰਦਾ ਹੁੰਦਾ ਜੀ। ਤੇ ਮੇਰੇ ਬੱਚਿਆਂ ਦਾ ਵੀ ਇਹੀ ਕਹਿਣਾ ਸੀ ਕਿ ਤੁਸੀਂ ਤੁਹਾਡਾ ਕੰਮਕਾਰ ਕਰਨ ਦਾ ਗੁਰਦੁਆਰਿਆਂ ਦੇ ਵਿੱਚ ਤਰੀਕਾ ਠੀਕ ਨਹੀਂ ਤੁਸੀਂ, ਪਰ ਮੈਂ ਉਹਨਾਂ ਨੂੰ ਜਦੋਂ ਕਹਿਣਾ ਤੇ ਫਿਰ ਇਹ ਨਹੀਂ ਮੈਨੂੰ ਪਤਾ ਲੱਗਦਾ। ਅਗਰ ਤੁਹਾਡੇ ਕੋਲ ਕੋਈ ਆਈਡੀਆ ਹੈਗਾ ਤੇ ਮੈਂ ਜ਼ਰੂਰ ਉਸ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ, ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਯੰਗਸਟਰ, ਪਰ ਇਹਨਾਂ ਦੀਆਂ ਆਪਣੀਆਂ ਸੰਸਥਾਵਾਂ ਬੱਚਿਆਂ ਦੀਆਂ ਬਣਾਈਆਂ ਹੋਈਆਂ ਨੇ ਜਿਹੜੇ ਅਮਰੀਕਨਸ ਦੇ ਨਾਲ ਡੀਲ ਕਰਦੀਆਂ ਨੇ, ਤੇ ਉਹ ਕਾਫੀ ਜਿੱਦਾਂ ਸੈਲਡਫ ਹੈਗੀ ਆ ਸਿੱਖ ਸਿਕਸ ਆਫ ਅਮਰੀਕਾ ਹੈਗੇ, ਬਹੁਤ ਸਾਰੀਆਂ ਉੱਥੇ ਆਪਣੇ ਬੱਚੇ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੇ ਕਿ ਅਸੀਂ ਉਸ ਦੇ ਬਾਰੇ ਕਦੀ ਲਾਗੇ ਛਾਗੇ ਸੋਚ ਵੀ ਨਹੀਂ ਸਕਦੇ। ਤੇ ਜਾਂ ਤਾਂ ਫਿਰ ਬੱਚੇ, ਕਿਉਂਕਿ ਸਾਡਾ ਤੇ ਬੱਚਿਆਂ ਦਾ ਵਕਫਾ ਬਹੁਤ ਆ, ਪਰ ਕਿਤੇ ਨਾ ਕਿਤੇ ਤੁਸੀਂ ਠੀਕ ਕਹਿ ਰਹੇ ਹੋ ਕਿ ਉਹ ਸੰਸਥਾਵਾਂ ਕੰਮ ਤਾਂ ਵਧੀਆ ਕਰ ਰਹੀਆਂ ਨੇ, ਪਰ ਕਿਤੇ ਨਾ ਕਿਤੇ ਅੱਜ ਵੀ ਸਾਡੇ ਤੇ ਨਸਲੀ ਹਮਲੇ ਹੋ ਰਹੇ ਨੇ, ਅੱਜ ਵੀ ਸਾਡੇ ਤੇ ਕਮੈਂਟ ਪਾਸ ਹੋ ਰਹੇ ਨੇ, ਅੱਜ ਵੀ ਸਾਡੇ ਜਿਹੜੇ ਬੱਚਿਆਂ ਨੂੰ ਬੁਲਿੰਗ ਦਾ ਸ਼ਿਕਾਰ ਹੋਣਾ ਪੈਂਦਾ ਸਕੂਲਾਂ ਵਿੱਚ। ਤਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ, ਸਮਾਜਿਕ ਸਿੱਖ ਸੰਸਥਾਵਾਂ ਜਿਹੜੀਆਂ ਨੇ, ਉਹ ਵਧੀਆ ਕੰਮ ਕਰ ਰਹੀਆਂ ਨੇ, ਜਾਂ ਹਲੇ ਵੀ ਸਾਨੂੰ ਹੋਰ ਨਵਾਂ ਕੁਝ ਸੋਚਣ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਉਹਨਾਂ ਤੱਕ, ਲੋਕਾਂ ਤੱਕ ਵਿਚਰ ਸਕੀਏ ਜੋ ਹਾਲੇ ਤੱਕ ਦਸਤਾਰ ਦੀ ਪਛਾਣ ਨਹੀਂ ਕਰ ਪਾ ਰਹੇ, ਜਾਂ ਹਾਲੇ ਤੱਕ ਵੀ ਸਾਡੇ ਬੱਚਿਆਂ ਨੂੰ ਬੁਲਿੰਗ ਕੀਤੀ ਜਾਂਦੀ ਹੈ, ਜਾਂ ਸਾਡੇ ਤੇ ਨਸਲੀ ਹਮਲੇ ਕੀਤੇ ਜਾਂਦੇ ਨੇ, ਨਸਲੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ? ਹਾਂਜੀ, ਇਸ ਦਾ ਹਾਂਜੀ ਉਹਨਾਂ ਬੱਚਿਆਂ ਨੇ ਤੇ ਉਹਨਾਂ ਸੰਸਥਾਵਾਂ ਨੇ ਜਿਹੜੀਆਂ ਉੱਪਰ ਬੈਠੀਆਂ ਨੇ ਬਹੁਤ ਸੋਹਣਾ ਕੰਮ ਕੀਤਾ। ਉਹ ਹਾਲੇ ਸ਼ੁਰੂਆਤ ਹੀ ਕੀਤੀ ਹੋਈ ਆ, ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਜੋ ਗੁਰਦੁਆਰਿਆਂ ਦੇ ਵਿੱਚ ਜਾਂ ਵੈਸੇ ਆਪਣੀਆਂ ਜੋ ਕਮਿਊਨਿਟੀ ਦੀਆਂ ਜੋ ਸੰਸਥਾਵਾਂ ਨੇ ਬਣਾਈਆਂ ਹੋਈਆਂ, ਅਗਰ ਅਸੀਂ ਉੱਥੋਂ ਸ਼ੁਰੂ ਕਰੀਏ ਉਹਨਾਂ ਦੇ ਵਿੱਚ, ਫਿਰ ਅਸੀਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ, ਕਿਉਂਕਿ ਅਸੀਂ ਆਮ ਪਬਲਿਕ ਨੇ ਲੋਕਾਂ ਦੇ ਵਿੱਚ ਵਿਚਰਨਾ ਹੁੰਦਾ ਆ। ਹਾਂਜੀ, ਤੇ ਜਿਹੜਾ ਕਿ ਅਸੀਂ ਆਪਣਾ ਉਹ ਅਸੀਂ ਪ੍ਰਭਾਵ ਅਸੀਂ ਸਕੂਲਾਂ ਦੇ ਵਿੱਚ ਜਾ ਕੇ, ਜਾਂ ਜਿੱਥੇ ਇਹ ਅਮਰੀਕਨਸ ਲੋਕਾਂ ਦੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਜਾਣ ਤੋਂ ਅਸੀਂ ਝਿਜਕਦੇ ਹਾਂ, ਉੱਥੇ ਅਸੀਂ ਜਾਂਦੇ ਨਹੀਂ। ਸਕੂਲ ਦੇ ਵਿੱਚ ਅਸੀਂ ਬੱਚਾ ਕੋਈ ਸਾਡਾ ਪਟਕਾ ਬੰਨ੍ਹ ਕੇ ਜਾਂ ਪਗੜੀ ਬੰਨ੍ਹ ਕੇ ਜਾਂਦਾ ਤੇ ਅਸੀਂ ਉਸ ਦੇ ਬਾਰੇ ਇਹ ਕੁਦਰਤੀ ਹੁੰਦਾ ਕਿ ਬੁਲਿੰਗ ਥੋੜ੍ਹੀ ਤੇ ਹੋਣੀ ਹੁੰਦੀ ਹੈ, ਕਾਲਿਆਂ ਨਾਲ ਵੀ ਹੁੰਦੀ ਆ, 19 ਸਾਡੇ ਨਾਲ ਵੀ ਹੋ ਜਾਂਦੀ ਹੈ, ਪਰ ਅਸੀਂ ਦੱਸੀਏ ਸਾਡੇ ਬੱਚੇ ਦਲੇਰ ਨੇ, ਪੜ੍ਹੇ ਲਿਖੇ ਨੇ ਤੇ ਸਮਝਦਾਰ ਨੇ, ਉਹ ਕਾਫੀ ਕੁਛ ਇਸ ਦੇ ਬਾਰੇ। ਪਰ ਅਗਰ ਅਸੀਂ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਵਿੱਚ ਜਾਂ ਹੋਰ ਸੰਸਥਾਵਾਂ ਦੇ ਵਿੱਚ ਇਹ ਜਿੱਥੇ ਅਮਰੀਕਨਸ ਮੇਲੇ ਲਗਾਉਂਦੇ ਨੇ ਉਹਨਾਂ ਦੇ ਵਿੱਚ ਵਿਚਰੀਏ, ਜਾ ਕੇ ਦੱਸੀਏ ਜ਼ਿਆਦਾ। ਇਹ ਥੋੜ੍ਹਾ ਕਿ ਸਾਨੂੰ ਇਹਦੇ ਵਿੱਚ ਸਮਾਂ ਦੇਣ ਦੀ ਲੋੜ ਆ, ਜਿਹੜਾ ਕਿ ਅਸੀਂ ਦੇ ਨਹੀਂ ਰਹੇ, ਬਿਲਕੁਲ ਅਸੀਂ ਦੇ ਨਹੀਂ ਰਹੇ, ਉਹ ਦਈਏ। ਤੇ ਮੈਂ ਤੇ ਇਹੀ ਸੁਨੇਹਾ ਦੇਵਾਂਗਾ ਆਪਣੇ ਸਿੱਖ ਭਰਾਵਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ ਕਿ ਆਓ, ਜਦੋਂ ਵੀ ਜਿੱਥੇ ਵੀ ਤੁਹਾਡੇ ਲਾਗੇ ਛਾਗੇ ਕੋਈ ਮੇਲਾ ਲੱਗਦਾ, ਕੋਈ ਲੋਕ ਇਕੱਠੇ ਹੁੰਦੇ ਨੇ, ਕੋਈ ਸੰਸਥਾਵਾਂ ਇਕੱਠੀਆਂ ਹੁੰਦੀਆਂ ਨੇ, ਉੱਥੇ ਜ਼ਰੂਰ ਆਪਣਾ ਪਹਿਰਾਵਾ ਪਹਿਨ ਕੇ ਜਾਓ ਤਾਂ ਕਿ ਉਹਨਾਂ ਨੂੰ ਲੱਗੇ ਵੀ ਇਹ ਕੋਈ ਕੌਣ ਆਏ ਨੇ, ਆਪਣੇ ਬਾਰੇ ਦੱਸੋ ਉਹਨਾਂ ਨੂੰ। ਤੇ ਮੈਂ ਤੇ ਜ਼ਰੂਰ ਇਹ ਕੰਮ। ਤੁਸੀਂ ਹੁਣੇ ਗੱਲ ਕੀਤੀ ਸੀਗੀ ਕਿ ਜੇਕਰ ਬਰਾਕ ਓਬਾਮਾ
ਅਮਰੀਕਾ ਦੇ ਪ੍ਰੈਜ਼ੀਡੈਂਟ ਬਣ ਸਕਦੇ ਨੇ ਤਾਂ ਸਾਡੀ ਕਮਿਊਨਿਟੀ ਦਾ ਕੋਈ ਬੰਦਾ ਕਿਉਂ ਨਹੀਂ ਅੱਗੇ ਆ ਸਕਦਾ? ਕਮਲਾ ਹੈਰਿਸ ਬਣ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਆ ਸਕਦੇ ਅੱਗੇ? ਲੇਕਿਨ ਅਗਰ ਬਲੈਕ ਕਮਿਊਨਿਟੀ ਦੀ ਗੱਲ ਕਰੀਏ, ਉਹਨਾਂ ਨੂੰ ਸਾਡੇ ਤੋਂ ਬਹੁਤ ਸਾਲ ਪਹਿਲਾਂ ਅਮਰੀਕਾ ਵਿੱਚ ਵਿਚਰਨਾ ਸ਼ੁਰੂ ਕੀਤਾ ਸੀਗਾ, ਰਹਿਣਾ ਸ਼ੁਰੂ ਕੀਤਾ ਸੀ ਸਾਡੇ ਤੋਂ ਬਹੁਤ ਸਾਲ ਪਹਿਲਾਂ। ਪਰ ਕਿਤੇ ਨਾ ਕਿਤੇ ਅੱਜ ਵੀ ਟਰੰਪ ਦੀ ਜਦੋਂ ਸਰਕਾਰ ਸੀਗੀ, ਡੋਨਲਡ ਟਰੰਪ ਦੀ, ਉਸ ਸਮੇਂ ਵੀ ਇੱਕ ਬੜੀ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਸੀ #BlackLivesMatter। ਜੇਕਰ ਉਹਨਾਂ ਨੂੰ ਅੱਜ ਵੀ ਬਰਾਕ ਓਬਾਮਾ ਦੇ ਪ੍ਰੈਜ਼ੀਡੈਂਟ ਚੁਣਨ ਤੋਂ ਬਾਅਦ ਵੀ ਬਲੈਕ ਲਾਈਵਸ ਮੈਟਰ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ, ਫਿਰ ਅਸੀਂ ਤਾਂ ਉਹਨਾਂ ਸਾਹਮਣੇ ਬਹੁਤ ਨਵੇਂ ਹਾਂ ਅਮਰੀਕਾ ਵਿੱਚ। ਹਾਂਜੀ, ਇਹ ਵੀ ਤੁਹਾਡੀ ਗੱਲ ਠੀਕ ਹੈਗੀ ਆ ਕਿ ਇਸ ਤਰ੍ਹਾਂ ਦੇ ਆਨਸਰ ਵੀ ਆਮ ਕਮਿਊਨਿਟੀਜ਼ ਦੇ ਵਿੱਚ ਹੁੰਦੇ ਨੇ ਜੀ। ਪਰ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ, ਜਾਂ ਮੈਂ ਸਮਝਦਾ ਵੀ ਇਹ ਡੋਨਲਡ ਟਰੰਪ ਜੀ ਨੇ ਇਹ ਗੱਲ ਕਹੀ ਸੀ, ਮੈਂ ਵੀ ਉਹ ਅਖਬਾਰਾਂ ਦੇ ਵਿੱਚ ਜਾਂ ਇੱਧਰ ਉੱਧਰ ਰੇਡੀਓਜ਼ 'ਤੇ TV 'ਤੇ ਸੁਣਨ ਨੂੰ ਮੈਨੂੰ ਮਿਲਿਆ, ਪਰ ਫਿਰ ਵੀ ਉਹਨਾਂ ਦੇ ਨਾਲ ਸਾਰੇ ਲੋਕ ਸਹਿਮਤ ਨਹੀਂ ਸੀ। ਉਹਨਾਂ ਦੇ ਆਪਣੇ ਲੋਕ ਬਹੁਤੇ ਸਹਿਮਤ ਨਹੀਂ ਸੀ, ਸਾਰੇ ਬਹੁਤ ਘੱਟ ਲੋਕ ਸੀ ਜਿਹੜੇ ਕਿ ਇਸ ਤਰ੍ਹਾਂ ਦੇ ਹੁੰਦੇ ਹਨ, ਅਤੇ ਉਹ ਫਿਰ ਉਹਨਾਂ ਦਾ ਬਹੁਤਾ ਕੁਛ ਵਿਗਾੜ ਨਹੀਂ ਸਕੇ। ਅਤੇ ਪਰ ਇਸ ਤਰ੍ਹਾਂ ਦੇ ਆਨਸਰ ਅਕਸਰ ਕਮਿਊਨਿਟੀਜ਼ ਦੇ ਵਿੱਚ ਪੈਦਾ ਹੁੰਦੇ ਰਹਿੰਦੇ ਨੇ ਅਤੇ ਦੂਸਰਿਆਂ ਨੂੰ ਟਾਰਗੇਟ ਕਰਦੇ ਰਹਿੰਦੇ ਨੇ। ਉਹਦੇ ਵਿੱਚ ਸਾਡੇ ਵੀ ਸਿੱਖ ਭਰਾ ਵੀ ਇੱਦਾਂ ਕਰਦੇ ਨੇ, ਅਤੇ ਪਰ ਮੈਨੂੰ ਨਹੀਂ ਲੱਗਦਾ, ਪਰ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਸਾਨੂੰ ਹਿੰਮਤੀ ਬਣਨਾ ਚਾਹੀਦਾ। ਜੋ ਆਪਣਾ ਸਾਡਾ ਦੇਖੋ ਜੀ, ਇਹ ਕੁਦਰਤ ਦਾ ਇਹ ਇੱਕ ਵੱਡਾ ਨਿਜ਼ਮ ਹੈਗਾ ਆ ਜੀ। ਅਤੇ ਅਗਰ ਤੁਸੀਂ ਸੱਚਾਈ 'ਤੇ ਚੱਲਦੇ ਹੋ ਜਾਂ ਤੁਸੀਂ ਵਾਕਈ ਭਲਾਈ 'ਤੇ ਕੰਮ ਕਰਦੇ ਹੋ ਅਤੇ ਕੁਦਰਤ ਵੀ ਤੁਹਾਡਾ ਸਾਥ ਦਿੰਦੀ ਹੈ, ਕਿਉਂਕਿ ਇਹ ਜਿਹੜੇ ਨਿਯਮ ਨੇ ਉਹਦੇ ਬਣਾਏ ਹੋਏ ਨੇ। ਅਤੇ ਇਨਸਾਨ ਭਾਵੇਂ ਕੁਛ ਕਰੇ ਜਾਂ ਅਸੀਂ ਕਿਸੇ ਦਾ ਮਾੜਾ ਕਰਨ ਦੀ ਕੋਸ਼ਿਸ਼ ਕਰੀਏ, ਅਤੇ ਉਹ ਉੱਦਾਂ ਉਹ ਕੁਦਰਤ ਦੇ ਅਸੂਲਾਂ ਦੇ ਉਹ ਵਿਰੁੱਧ ਗੱਲ ਜਾਂਦੀ ਆ। ਅਤੇ ਉਹ ਡੋਨਲਡ ਟਰੰਪ ਜੀ ਉਹਨਾਂ ਨੇ ਇਹ ਗੱਲਾਂ 'ਤੇ ਕੀਤੀਆਂ, ਥੋੜ੍ਹੇ ਰਿਪਬਲਿਕਨ ਉਹਨਾਂ ਦੇ ਨਾਲ ਹੋਏ, ਕੁਛ ਡੈਮੋਕ੍ਰੈਟਿਕ ਵੀ, ਪਰ ਉਹ ਗੱਲ ਬਹੁਤਾ ਮਾਇਨੇ ਨਹੀਂ ਰੱਖਦੀ। ਅਤੇ ਸਾਨੂੰ ਹਿੰਮਤ ਨਹੀਂ, ਅਸੀਂ ਤਾਂ ਬਹੁਤ ਥੋੜ੍ਹੇ ਹਾਂ, ਪਰ ਮੈਨੂੰ ਲੱਗਦਾ ਅਸੀਂ ਹਿੰਮਤ ਕਰੀਏ ਸਿੱਖ ਥੋੜ੍ਹਾ ਜਿਹਾ। ਅਤੇ ਮੇਰਾ ਆਪਣਾ ਤਜਰਬਾ ਹੈਗਾ ਕਿ ਅਸੀਂ ਓਹਾਇਓ ਦੇ ਵਿੱਚ ਬਹੁਤ ਕੁਛ ਕਰ ਸਕਦੇ ਹਾਂ, ਬਹੁਤ ਕੁਛ ਕਰ ਸਕਦੇ ਹਾਂ, ਅਤੇ ਸਾਨੂੰ ਉਹ ਕਰਨਾ ਚਾਹੀਦਾ ਆ, ਹਿੰਮਤ ਨਹੀਂ ਹਾਰਨੀ। ਤੁਹਾਨੂੰ ਕੀ ਲੱਗਦਾ ਅੱਗੇ ਆਉਣ ਵਾਲਾ ਫਿਊਚਰ ਪਲਾਨ ਕੀ ਹੈ? ਕਿ ਤੁਸੀਂ ਪਰੇਡਸ ਤਾਂ ਸ਼ੁਰੂ ਕਰ ਦਿੱਤੀਆਂ ਨੇ ਜੀ, ਲੋਕਾਂ ਨੇ ਵੀ ਆਪਣੇ ਨਾਲ ਲਗਾਉਣਾ ਸ਼ੁਰੂ ਕਰ ਦਿੱਤਾ, ਪਰ ਜੇਕਰ ਹੁਣ ਫਿਊਚਰ ਪਲਾਨ ਦੀ ਗੱਲ ਕਰੀਏ ਤਾਂ ਫਿਊਚਰ 'ਚ ਤੁਸੀਂ ਕਿਸ ਵੱਲ ਜਾਣਾ ਚਾਹੁੰਦੇ ਹੋ ਕਿ ਸਿੱਖੀ ਨੂੰ ਹੋਰ ਪ੍ਰਫੁੱਲਤ ਕਰੋਗੇ ਤੁਸੀਂ? ਜੀ ਹਾਂਜੀ, ਮੇਰਾ ਆਪਣਾ ਇਹ ਵਿਚਾਰ ਹੈ ਕਿ ਅਸੀਂ ਵੀ ਅਵਤਾਰ ਸਿੰਘ ਸਪਰਿੰਗਫੀਲਡ ਨੂੰ ਦੇਖ ਸਕਦੇ ਹਾਂ ਕਿ ਉਹ ਵੀ ਕਿਸੇ ਅਹਿਮ ਅਹੁਦੇ 'ਤੇ ਜਾ ਕੇ ਬੈਠਣਗੇ ਅਤੇ ਸਿੱਖੀ ਦਾ ਨਾਂ ਹੋਰ ਉੱਚਾ ਕਰਨਗੇ। ਹਾਂਜੀ, ਇਸ ਤਰ੍ਹਾਂ ਮੇਰੇ ਨਾਲੋਂ ਤਾਂ ਬਹੁਤ ਚੰਗੇ ਜੋ ਸੂਝਵਾਨ ਇਨਸਾਨ ਨੇ ਇਸ ਕਮਿਊਨਿਟੀ ਦੇ ਵਿੱਚ ਵੀ ਹਨ, ਅਤੇ ਅਗਰ ਉਹ ਵੀ ਆਪਣਾ ਯੋਗਦਾਨ ਪਾਉਣ, ਉਹਨਾਂ ਵਾਸਤੇ ਮੇਰੇ ਨਾਲੋਂ ਵੀ ਜ਼ਿਆਦਾ ਆਸਾਨ ਹੋਵੇਗਾ ਕਿ ਉਹ ਕਮਿਊਨਿਟੀ ਦੇ ਬਹੁਤ ਸਾਰੇ ਵੱਡੇ ਕੰਮ ਵੀ ਕਰ ਸਕਦੇ ਨੇ, ਅਤੇ ਗੌਰਮੈਂਟ ਵਿੱਚ ਵੀ ਉਹ ਹਿੱਸਾ ਪਾ ਸਕਦੇ ਨੇ, ਜਿਹੜਾ ਕਿ ਉਹ ਪਾ ਨਹੀਂ ਰਹੇ ਜੀ। ਹਾਂਜੀ, ਅਤੇ ਮੇਰਾ ਤਾਂ ਇੱਕ ਆਪਣਾ ਵਿਚਾਰ ਹੀ ਆ, ਅਤੇ ਉਹ ਅਗਰ ਜ਼ਰੂਰ ਮੇਰੀ ਗੱਲ ਸੁਣਦੇ ਹੋਣ ਅਤੇ ਉਹ ਇਸ ਪਾਸੇ ਧਿਆਨ ਦੇਣ, ਨਾ ਕਿ ਉਹ ਥੋੜ੍ਹਾ ਜਿਹਾ ਬਿਜ਼ਨਸਮੈਨ ਨੇ ਜਾਂ ਹੋਰ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਹਨ, ਅਤੇ ਉਹ ਜਾ ਕੇ ਆਪਣੀ ਪਹਿਚਾਣ ਜ਼ਰੂਰ ਬਣਾਉਣ ਤੇ ਬਣਾ ਸਕਦੇ ਨੇ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਹੋਰ ਆਪਣੀ ਸਿੱਖੀ ਦਾ ਨਾਮ ਪ੍ਰਫੁੱਲਤ ਕਰੋਗੇ, ਔਰ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਆਪਣੇ ਜਿਹੜੇ ਤਜਰਬੇ ਨੇ ਕੌੜੇ ਮਿੱਠੇ ਸਾਡੇ ਨਾਲ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਹਾਂਜੀ ਵਰਮਾਨੀ ਜੀ, ਤੁਹਾਡਾ ਵੀ ਆਉਣ ਲਈ ਸਾਡੇ ਸ਼ਹਿਰ ਸਪਰਿੰਗਫੀਲਡ ਦੇ ਵਿੱਚ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜੀ, ਅਤੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਇਸੇ ਤਰ੍ਹਾਂ ਕੌਮ ਦਾ ਜੋ ਹੈ ਭਵਿੱਖ ਸਵਾਰਦੇ ਰਹੋ। ਥੈਂਕ ਯੂ ਜੀ, ਲੋਕਾਂ ਨੂੰ ਸਿੱਖੀ ਬਾਰੇ ਜਾਣਕਾਰੀ ਦਿੰਦੇ ਰਹੋ। ਥੈਂਕ ਯੂ ਜੀ ਸੋ ਮਚ। ਹਾਂਜੀ, ਥੈਂਕ ਯੂ ਜੀ। ਸਰਦਾਰ ਅਵਤਾਰ ਸਿੰਘ ਜੀ ਸਪਰਿੰਗਫੀਲਡ ਵਾਲੇ, ਅਤੇ ਲਗਾਤਾਰ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਆਉਣ ਵਾਲੀ ਪਨੀਰੀ ਹੈ, ਇਹਨਾਂ ਨੂੰ ਹੋਰ ਹੌਸਲਾ ਦੇਣ ਦੀ ਜ਼ਰੂਰਤ ਹੈ ਤਾਂ ਜੋ ਇਹ ਅੱਗੇ ਵਧਣ ਅਤੇ ਕਿਤੇ ਨਾ ਕਿਤੇ ਅਜਿਹੇ ਮੁਕਾਮ 'ਤੇ ਹਾਸਲ ਹੋਣ, ਅਜਿਹੇ ਮੁਕਾਮ 'ਤੇ ਅਜਿਹੇ ਕੁਰਸੀਆਂ 'ਤੇ ਬੈਠਣ ਜਿੱਥੇ ਸਿੱਖੀ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਮਦਦ ਮਿਲ ਸਕੇ, ਕਿਉਂਕਿ ਕਿਤੇ ਨਾ ਕਿਤੇ ਅਸੀਂ ਇੱਕ ਦੂਜੇ ਨੂੰ ਉੱਪਰ ਚੁੱਕਣ ਵਿੱਚ ਮਦਦ ਕਰੀਏ, ਇੱਕ ਦੂਜੇ ਦੀ ਬਾਂਹ ਫੜੀਏ, ਅਤੇ ਇਹ ਜਿਹੜਾ ਰਸਤਾ ਹੈਗਾ ਹੋਰ ਸੌਖਾ ਹੋ ਜਾਏਗਾ। ਫਿਲਹਾਲ ਮੈਨੂੰ ਯਾਨੀ ਭਲਿੰਦਰ ਸਿੰਘ ਵਰਮਾਨੀ ਨੂੰ ਦਿਓ ਇਜਾਜ਼ਤ। ਅੱਜ ਅਸੀਂ ਇਕੱਠਿਆਂ ਨੇ ਮਿਲ ਕੇ ਕਿਹਾ ਸਰਦਾਰ ਅਵਤਾਰ ਸਿੰਘ ਜੀ ਨੂੰ ਸਿੱਖ ਹਾਈ ਫਲਾਇਰ, ਪਰ ਅਗਲੇ ਹਫ਼ਤੇ ਫਿਰ ਮੁਲਾਕਾਤ ਹੋਏਗੀ ਇੱਕ ਹੋਰ ਸ਼ਖਸ ਦੇ ਨਾਲ। ਤਦ ਤੱਕ ਮੈਨੂੰ ਇਜਾਜ਼ਤ ਦਿਓ। ਧੰਨਵਾਦ।